ਕੋਈ ਸਾਨੂੰ ਦਿੱਤਾ ਨਹੀਂ। ਜੇ ਕੁਝ ਦਿੱਤਾ ਵੀ ਹੈ ਤਾਂ ਉਨੀ ਮਹਿੰਗਾਈ ਵੱਧ ਗਈ, ਤੇਲ ਵੱਧ ਚੁੱਕਿਆ ਤੇ ਰੋਜ਼ਾਨਾ ਬਿਜਲੀ ਵਧੀ ਜਾਂਦੀ ਹੈ ਤੇ ਬਸ ਸਾਰਾ ਕੁਝ ਸਿਖਰਾਂ ਤੇ ਪਹੁੰਚ ਚੁੱਕਿਆ ਹੈ। ਸੜਕਾਂ ਦਾ ਹਾਲ ਦੇਖ ਲਓ, ਸੜਕਾਂ ਜਿੰਨੀਆਂ ਵੀ ਜਿਹੜੇ ਮੇਨ ਰੋਡ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਉਹ ਲਾਤੇ, ਆਪਣੇ ਕੀ ਕਹਿੰਦੇ ਹੁੰਦੇ ਟੋਲ ਪਲਾਜ਼ੇ ਲਾਤੇ। ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਨਹੀਂ ਪੜ੍ਹਾ ਸਕਦੇ, ਉੱਥੇ ਇਨਫਰਾਸਟ੍ਰਕਚਰ ਦੀ ਘਾਟ ਹੈ। ਨਾ ਦੇ ਸਮਾਰਟ ਸਕੂਲ ਜ਼ਰੂਰ ਨੇ, ਜੇ ਤੁਸੀਂ ਜਾ ਕੇ ਦੇਖੋ ਨਾ ਉੱਥੇ ਸਾਇੰਸ ਲੈਬੋਰਟਰੀਆਂ ਨੇ ਨਾ ਲਾਇਬ੍ਰੇਰੀਆਂ ਹੈਗੀਆਂ ਨੇ। ਜੇ ਕੋਈ ਕੰਮ ਦਾ ਫਰਨੀਚਰ ਵਗੈਰਾ ਕੋਈ ਖਰਾਬ ਆ ਤਾਂ ਉਹ ਪਿੰਡ ਵਾਲੇ ਪੈਸੇ ਇਕੱਠੇ ਕਰਕੇ ਉੱਥੇ ਰਿਪੇਅਰ ਕਰਾਉਂਦੇ ਨੇ। ਜਿਹੜੀ ਇਹਨਾਂ ਨੂੰ ਭਾਜੜਾਂ ਪਈਆਂ ਨਾ, ਕਿੱਥੋਂ ਭਾਜੜਾਂ ਪਈਆਂ, ਕੈਪਟਨ ਨੂੰ ਕੀ ਭਾਜੜਾਂ ਪਈਆਂ ਗਿਆ ਇਹਨਾਂ ਨੂੰ? ਆਇਆ ਵੀ ਅੰਦੋਲਨ ਦੇ ਵਿੱਚ ਕਿਤੇ ਪਾਰਟੀ ਨਾਲ ਹੋਰ ਉੱਪਰ ਕੇ ਆ ਜੇ। ਕਿਸਾਨਾਂ ਵਾਸਤੇ ਇਹਨਾਂ ਕੋਲੇ ਕੋਈ ਚੰਗੀ ਸਕੀਮ ਨਹੀਂ ਹੈਗੀ। ਇਹਨਾਂ ਦੇ ਆਪਦੇ ਬੱਚੇ, ਕੋਈ ਇੱਕ ਬੱਚੇ ਦਾ, ਇੱਕ ਲੀਡਰ ਦਾ ਬੱਚਾ ਤੁਸੀਂ ਕਹਿ ਦਿਓ ਵੀ ਸਰਕਾਰੀ ਸਕੂਲ 'ਚ ਇੱਕ ਦਾ ਵੀ ਪੜ੍ਹਦਾ ਹੋਵੇ। ਕਰਜ਼ਾ ਲੈ ਕੇ ਬਿਲਕੁਲ 5 ਕਿੱਲਿਆਂ ਤੇ ਕਿੱਥੋਂ ਭੇਜ ਸਕਦੇ ਆ? 15 ਲੱਖ ਰੁਪਏ ਲਾਉਣਾ, ਪਹਿਲਾਂ ਕਰਜ਼ਾ ਚੱਕਦੇ ਆ 5 ਰੁਪਈਆਂ ਦੀ, ਫਿਰ ਬੱਚਾ ਲਾਉਂਦਾ ਉਧਰ ਜਾ ਕੇ ਕਮਾਈ ਕਰਕੇ ਸਟਰਗਲ ਕਰਦਾ ਹੈ, ਕਿਤੇ ਜਾ ਕੇ PR ਮਿਲਦੀ ਹੈ। ਇੱਕ ਬੱਚਾ ਅੱਖਾਂ ਦੀਆਂ ਫੱਟੀਆਂ ਬਾਹਰ ਭੇਜ ਦਿੰਦੇ ਆ। ਕਿਉਂ ਭੇਜ ਦਿੰਦੇ ਆ? ਗੰਦੀਆਂ ਗੌਰਮੈਂਟਾਂ ਦੀ ਕਰਕੇ। ਕੋਈ ਵੀ ਭਾਸ਼ਣ ਦਿੰਦਾ ਇੱਦਾਂ ਕਹਿ ਦਿੰਦਾ ਵੀ ਮੋਦੀ ਮਰ ਜੇ ਤਾਂ ਦੇਸ਼ ਦਾ ਵਿਕਾਸ ਹੋ ਜੂ, ਪਰ ਉਹਨਾਂ ਨੂੰ ਵੀ ਗੱਲ ਸਮਝਣੀ ਚਾਹੀਦੀ। ਇਕੱਲੇ ਉਹਦੇ ਇੱਕ ਬੰਦੇ ਦੇ ਮਰਨ ਨਾਲ ਸਾਰੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਤੁਸੀਂ ਐਂ ਸੋਚਣਾ ਵੀ ਆਪਾਂ ਇਸ ਤਰੀਕੇ ਦੀ ਆਪਦੇ ਦੇਸ਼ 'ਚ ਪ੍ਰਗਤੀ ਲਿਆਉਣੀ ਹੈ ਕਿ ਆਪਣੇ ਦੇਸ਼ ਦਾ ਵਿਕਾਸ ਹੋਵੇ। ਨਹੀਂ, ਵਾਅਦਾ ਕੀਤਾ ਵੀ ਮੈਂ 15 ਲੱਖ ਦਊਂਗਾ, ਪਰ 2-2000 'ਚ ਲੋਕ ਵਰ ਗਏ ਨਾ। ਕੱਲਾ ਵਰ ਗਏ। ਹਾਲੇ ਵੀ ਲੋਕ ਸੋਚਦੇ ਆ ਵੀ ਮੋਦੀ ਦਾ 2000 ਆਊਗਾ, ਮੈਂ ਮੋਦੀ ਨੂੰ ਵੋਟ ਪਾਉਣੀ ਹੈ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅਸੀਂ ਖੜੇ ਹਾਂ ਟਿੱਕਰੀ ਬਾਰਡਰ ਤੇ ਮੇਰੇ ਨਾਲ ਵੱਖੋ ਵੱਖਰੇ ਪਿੰਡਾਂ ਦੇ ਬਜ਼ੁਰਗ ਕਿਸਾਨ ਨੇ ਜੋ ਲਗਾਤਾਰ 100 ਦਿਨਾਂ ਤੋਂ ਉੱਪਰ ਹੋ ਗਿਆ ਇਸ ਅੰਦੋਲਨ ਦੇ ਵਿੱਚ ਡਟੇ ਹੋਏ ਨੇ, ਇਸ ਮੋਰਚੇ ਡਟੇ ਹੋਏ ਨੇ ਤੇ ਨਾਲ ਦੀ ਨਾਲ ਜੋ ਸਿਆਸਤ ਹੈ ਜੋ ਕਿਤੇ ਨਾ ਕਿਤੇ ਇਸ ਵਕਤ ਪੱਖੀ ਹੋਈ ਹੈ ਜਾਂ ਤਿਲ ਮਿਲਾਈ ਹੋਈ ਹੈ, ਉਹਦੇ ਬਾਰੇ ਚਰਚਾ ਅਕਸਰ ਕਰਦੇ ਰਹਿੰਦੇ ਨੇ। ਸੋ ਵੱਡੀ ਗੱਲ ਇੱਥੇ ਇਹ ਹੈ ਕਿ ਜੋ ਬੀਤੇ ਦਿਨੀ ਬਜਟ ਆਇਆ ਉਹਦੇ ਵਿੱਚ ਕਿਸਾਨਾਂ ਦੇ ਲਈ ਕੀ ਕੁਛ ਹੈ, ਕਿਸਾਨਾਂ ਨੂੰ ਖੁਸ਼ੀ ਹੋਈ ਉਸ ਦੇ ਨਾਲ ਪੰਜਾਬ ਸਰਕਾਰ ਦੇ ਬਜਟ ਨਾਲ, ਜਾਂ ਫਿਰ ਪਿਛਲੇ 4 ਸਾਲਾਂ ਦੌਰਾਨ ਜੋ ਪੰਜਾਬ ਸਰਕਾਰ ਨੇ ਕੀਤਾ ਕਿ ਉਹ ਤੋਂ ਕਿਸਾਨ ਖੁਸ਼ ਨੇ ਜਾਂ ਨਾ ਖੁਸ਼ ਨੇ। ਇਹ ਸਾਰਾ ਕੁਝ ਇਹਨਾਂ ਬਜ਼ੁਰਗ ਕਿਸਾਨਾਂ ਤੋਂ ਪੁੱਛਦੇ ਹਾਂ ਕਿ ਕਿਵੇਂ ਉਹਨਾਂ ਨੂੰ ਲੱਗਦਾ ਹੈ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ? ਬਲਵੰਤ ਸਿੰਘ ਆ ਜੀ। ਬਲਵੰਤ ਸਿੰਘ ਜੀ ਕਿੱਥੋਂ? ਕੋਰਡੇ ਤੋਂ ਆ ਜੀ, ਜ਼ਿਲ੍ਹਾ ਮਾਨਸਾ। ਜ਼ਿਲ੍ਹਾ ਮਾਨਸਾ। ਅੱਛਾ, ਕੱਲ ਮੁਫਤ ਬਿਜਲੀ ਲਈ 4650 ਕਰੋੜ ਤੇ ਕਿਸਾਨੀ ਕਰਜ਼ਾ ਮਾਫ ਲਈ 1712 ਕਰੋੜ। ਆਪਾਂ ਪਹਿਲਾਂ ਕਰਜ਼ੇ ਮਾਫੀ ਦੀ ਗੱਲ ਕਰ ਲਈਏ। ਕਹਿੰਦੇ 4600 ਕਰੋੜ ਪਹਿਲਾਂ ਦਿੱਤਾ ਕਿਸਾਨਾਂ ਨੂੰ, 1712 ਕਰੋੜ ਹੋਰ ਦਿੱਤੇ। ਕਿਸਾਨਾਂ ਦਾ ਕਰਜ਼ਾ ਮਾਫ ਹੋਇਆ? ਕੁਛ ਨਹੀਂ ਹੋਇਆ ਜੀ, ਬਸ ਕਿਉਂਕਿ ਆ 20% ਮਾਫ ਹੋਇਆ। ਜੇ ਕੁਛ ਨਹੀਂ ਪਿਆ ਉਹਦੇ ਨਾਲ ਫਰਕ ਪੈਂਦਾ? ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਥੋੜਾ ਬਹੁਤਾ ਜੇ ਹੁਣ ਹੋਇਆ ਤਾਂ ਕੋਈ ਜ਼ਰੂਰੀ ਨਹੀਂ ਇਹ ਸਾਰਾ ਵੀ ਸਾਰਾ ਹੋਇਆ ਹੋਵੇ, ਠੀਕ ਹੋਵੇ। ਬੜੇ ਇਹਨਾਂ ਨੇ ਸਮਾਗਮ ਕਰਾਏ ਸੀ ਉੱਥੇ, ਬੁਲਾ ਕੇ ਕਿਸਾਨਾਂ ਨੂੰ ਦਿੱਤੇ, ਕਰਜ਼ਾ ਮਾਫੀ ਹੋਈ ਹੈ। ਤੁਹਾਨੂੰ ਲੱਗਦਾ ਨਹੀਂ ਉਹਦੇ ਨਾਲ ਫਾਇਦਾ ਹੋਇਆ ਕੋਈ? ਨਹੀਂ, ਕੋਈ ਫਾਇਦਾ ਨਹੀਂ। ਉਹ ਟਿਕਾਉਣ 'ਚ ਹੀ ਸੀ ਸਿਰਫ ਇੱਕ, ਬਸ ਟਿਕਾਉਣ 'ਚ ਹੀ ਸੀ ਬਸ। ਉਹ ਕੋਈ ਦਿਖਾਵਾ ਵਸੇ, ਉਹਦੇ ਵਿੱਚ ਕੋਈ ਉਹ ਨਹੀਂ ਸੀ, ਕੋਈ ਵਾਲੀ ਗੱਲ ਨਹੀਂ ਸੀ ਇਹਦੇ ਵਿੱਚ। ਸਤਿ ਸ਼੍ਰੀ ਅਕਾਲ ਬਾਪੂ ਜੀ। ਮੈਂ ਤਾਂ ਬਹੁਤ ਅੱਛਾ, ਹਾਂਜੀ ਅਨਪੜ੍ਹ ਜੀ, ਮੈਂ ਸੋਚ ਹੀ ਨਹੀਂ ਕਰ। ਕੀ ਹਾਲ ਨੇ? ਹਾਂ, ਚੰਗੇ ਆ, ਵਧੀਆ ਜੀ। ਵਧੀਆ। ਹਾਂ ਜੀ। ਸਤਿ ਸ੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਬਾਈ? ਤੁਹਾਡਾ ਨਾਮ ਕੀ? ਕੁਝ ਨਹੀਂ ਕਹਿਣਾ ਜੀ, ਬਸ ਇਹਦੇ ਬਾਰੇ ਕੁਝ ਨਹੀਂ ਕੀਤਾ ਸਾਡਾ, ਨਾ ਇਹਨਾਂ ਨੇ ਕਰਨਾ। ਇਸ ਤਾਂ ਆਪਦੇ ਹੱਕ ਆਪਦੇ ਮੰਗ ਕੇ ਲੈ ਸਕਦੇ। ਜੇ ਉਹ ਸੋਚੀਏ ਕੁਝ ਨਹੀਂ ਦਿੰਦੇ ਸਰਕਾਰਾਂ, ਨਾ ਸਾਨੂੰ ਸਰਕਾਰਾਂ ਤੋਂ ਆਸ। ਨਹੀਂ, ਸੂਬਾ ਸਰਕਾਰ ਦੀ ਜੇ ਮੈਂ ਗੱਲ ਕਰ ਲਵਾਂ, ਸਰਕਾਰ ਤੋਂ ਵੀ ਕੋਈ ਆਸ ਨਹੀਂ ਸਾਨੂੰ। ਕੈਪਟਨ ਸਰਕਾਰ ਤੋਂ ਕੋਈ ਆਸ ਨਹੀਂ, ਨਾ ਕੋਈ ਸਰਕਾਰ ਬਣ ਜਾਏ ਕੋਈ ਵੀ ਨਹੀਂ ਸਾਨੂੰ ਦਿੰਦੀ ਕੁਛ। ਜੇ ਸਾਡੇ ਆਪਦੇ ਸੀ ਆਪਦੇ ਹੱਕ ਲੜ ਕੇ ਲੈ ਸਕਦੇ, ਉਹ ਲੈ ਸਕਦੇ। ਅੱਛਾ, ਮਹਿੰਗੀ ਕਿੱਥੇ ਪਹੁੰਚ ਗਈ ਬਿਜਲੀ? ਬਿਜਲੀ ਤੇ ਸਬਸਿਡੀ ਦਿੰਦੇ ਪਏ ਨੇ, ਕਹਿੰਦੇ ਸੀ ਸਬਸਿਡੀ ਦਿੰਦੇ ਸਾਨੂੰ 10 ਤੇ ਤਾਂ ਪਹਿਲੇ ਹੀ ਹੋ ਗਿਆ। ਕੀ ਬਿਜਲੀ ਦੇ ਕੁਝ ਨਹੀਂ ਦਿੰਦੇ ਸਾਨੂੰ, ਨਾ ਸਾਨੂੰ ਦੇ ਸਕਦੇ ਇਹ। 4650 ਕਰੋੜ ਐਤਕੀ ਰੱਖਿਆ ਉਹਨਾਂ ਨੇ ਤੇ ਪਿਛਲੀ ਵਾਰੀ ਸੀਗਾ ਮੇਰੇ ਖਿਆਲ ਚ 8200 ਕੁਛ ਕਰੋੜ ਸੀਗਾ। ਫਿਰ ਪਰ ਪਿਛਲੀ ਵਾਰੀ ਕੀ ਹੋ ਗਿਆ? ਅਸੀਂ ਤਾਂ ਅੱਧ ਰੱਖਿਆ, ਜਦੋਂ ਹੁਣ ਅੱਧ ਵੀ ਨਹੀਂ ਸਾਨੂੰ ਕੀ ਮਿਲ ਜੂ? ਜਦੋਂ ਪਹਿਲੀ ਵਾਰ ਤਾਂ ਸਾਡੇ ਕਿੰਨੇ ਵਧਾਤੇ ਇਹਨਾਂ ਨੇ ਟੈਕਸ, ਕਿੰਨੀਆਂ ਕੁ ਨੌਕਰੀਆਂ ਦੇ ਦਿੱਤੀਆਂ ਸਾਨੂੰ। ਇਹਨਾਂ ਨੂੰ ਨੌਕਰੀਆਂ ਵਾਸਤੇ ਕਿਹਾ ਸੀ, ਸਭ ਨੂੰ ਨੌਕਰੀ ਦੇਵੇ, ਕਿਹਨੂੰ ਦਿੱਤੀ ਘਰ 'ਚ? ਹਾਂਜੀ, ਸਾਨੂੰ ਇਹਦੇ ਬਾਰੇ ਦੀ ਕੋਈ ਉਹ ਨਹੀਂ, ਕੋਈ ਸਾਨੂੰ ਦਿੱਤਾ ਨਹੀਂ। ਜੇ ਕੁਝ ਦਿੱਤਾ ਵੀ ਹੈ ਤਾਂ ਉਨੀ ਮਹਿੰਗਾਈ ਵੱਧ ਗਈ, ਤੇਲ ਵੱਧ ਚੁੱਕਿਆ ਤੇ ਰੋਜ਼ਾਨਾ ਬਿਜਲੀ ਵਧੀ ਜਾਂਦੀ ਹੈ ਤੇ ਬਸ ਸਾਰਾ ਕੁਝ ਸਿਖਰਾਂ ਤੇ ਪਹੁੰਚ ਚੁੱਕਿਆ ਹੈ। ਹਾਂ, ਯਾਨੀ ਕੁੱਲ ਮਿਲਾ ਕੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕਿਸਾਨ ਦੇ ਲਈ ਕੋਈ ਬਹੁਤਾ ਫਾਇਦਾ ਇਹਦੇ ਬੰਦ ਵਾਲੀ ਕੋਈ ਗੱਲ ਨਹੀਂ ਜੀ। ਕੋਈ ਫਾਇਦਾ ਨਹੀਂ ਨਾ ਜੀ, ਕੋਈ ਫਾਇਦਾ ਵਾਲੀ ਨਹੀਂ, ਕੋਈ ਚੀਜ਼ ਨਹੀਂ ਦਿੱਤੀ। ਜੋ ਵੀ ਕੁਝ ਕਰਿਆ ਉਹ ਪੂਰਾ ਨਹੀਂ ਦਿੱਤਾ। ਕਿਸੇ ਦਾ ਜਿੰਨਾ ਕੁ ਮਾਫ ਹੋਇਆ ਥੋੜਾ ਬਹੁਤ ਹੀ ਹੋਇਆ ਹੈਗਾ। ਥੋੜਾ ਬਹੁਤ ਮਾਫ ਹੋਇਆ ਬਈ, ਜਿਹੜਾ ਥੋੜਾ ਬਹੁਤ ਮਾਫ ਹੋਇਆ ਉਹ ਕਹਿੰਦੇ ਚਲੋ ਜਿੰਨਾ ਵੀ ਹੋਇਆ ਸਰਕਾਰ ਨੇ ਕੀਤਾ। ਸਰਕਾਰ ਕਹਿੰਦੀ ਆ 4600 ਕਰੋੜ ਰੁਪਏ ਸਰਕਾਰ ਕਹਿੰਦੀ ਦਿੱਤਾ ਆ, ਉਹਦੇ ਨਾਲ ਕਿਤੇ ਤੁਹਾਨੂੰ ਲੱਗਦਾ ਵੀ ਲਾਭ ਹੋਇਆ ਹੋਊ ਕਿਸਾਨਾਂ ਨੂੰ? ਦੇਖੋ ਜੀ, ਇਹਦਾ ਕੰਨ ਫੜਨਾ ਹੁੰਦਾ ਸਰਕਾਰ ਨੇ, ਇੱਧਰੋਂ ਨਹੀਂ ਤੇ ਇੱਧਰੋਂ ਫੜ ਲਿਆ। ਹੁਣ ਜੇ ਗੱਲ ਕਰੀਏ ਵੀ ਮਾਫੀ ਦੀ, ਜੇ ਤੁਸੀਂ ਜਾ ਕੇ ਦੇਖੋ
ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਜ਼ਿਮੀਂਦਾਰ ਨੇ ਜਿਨ੍ਹਾਂ ਕੋਲ ਬਹੁਤ ਥੋੜ੍ਹੀਆਂ ਜ਼ਮੀਨਾਂ ਨੇ, ਕਿੱਲਾ 2 ਕਿੱਲੇ ਨੇ, ਉਹਨਾਂ ਦਾ ਤਾਂ ਮਾਫ ਹੋਇਆ ਨਹੀਂ। ਕਿਸੇ ਦਾ 10 ਕਿੱਲੇ ਵਾਲਿਆਂ ਦਾ ਮਾਫ ਹੋ ਗਿਆ, ਕਿਸੇ ਦਾ 15 ਵਾਲਿਆਂ ਦਾ ਹੋ ਗਿਆ। ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਦਾ ਮਾਫ ਨਹੀਂ ਹੋਇਆ ਹੈਗਾ। ਔਰ ਦੂਸਰੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਕਿਸਾਨਾਂ ਨੇ ਸਾਨੂੰ ਕੀ ਸਰਕਾਰ ਨੇ ਪਿਛਲੇ 5 ਸਾਲ 'ਚ ਕੀ ਦਿੱਤਾ, ਇਹਨਾਂ ਨੇ ਘਰ ਘਰ ਨੌਕਰੀ ਦੇਣੀ ਸੀਗੀ, ਉਹ ਕੀ ਦਿੱਤੀ ਆ 51,000 ਸ਼ਗਨ ਸਕੀਮ ਦਾ। ਹੁਣ ਇਹਨਾਂ ਨੇ ਅਗਲੀ ਵਾਰੀ ਨੂੰ ਰੱਖਿਆ ਨਵੇਂ ਲਾਰੇ ਲਾਉਣ ਨੂੰ, ਹਾਲਾਂਕਿ ਇਹਨਾਂ ਦਾ ਪਹਿਲਾ ਵਾਅਦਾ ਸੀਗਾ। ਫਿਰ ਇਹਨਾਂ ਨੇ ਬੇਰੁਜ਼ਗਾਰੀ ਭੱਤਾ 2100 ਰੁਪਏ ਰੱਖਿਆ। ਕਿਸੇ ਨੂੰ ਇੱਥੇ ਇੰਨੇ ਵੀ ਨੌਜਵਾਨ ਇੱਥੇ ਕਿੰਨੀ ਆਉਂਦੇ ਤੁਸੀਂ ਮਿਲਿਆ, ਕਿਸੇ ਨੂੰ ਮਿਲਿਆ ਉਹ। ਫਿਰ ਤੁਸੀਂ ਉਸ ਤੋਂ ਇਲਾਵਾ ਹੈਲਥ ਦੀ ਦੇਖ ਲਓ। ਅਸੀਂ ਪ੍ਰਾਈਵੇਟ ਹਸਪੀਟਲਾਂ 'ਚ ਆਪਣਾ ਇਲਾਜ ਕਰਾਉਣੇ ਆ, ਸਰਕਾਰੀ ਡਾਕਟਰ 5 ਵਜੇ ਤੋਂ ਬਾਅਦ ਆਪਣੀ ਪ੍ਰਾਈਵੇਟ OPD ਕਰਦੇ ਆ, ਉੱਥੇ ਦਾ ਢੰਗ ਨਾਲ ਦੇਖਦੇ ਨਹੀਂ, ਕਹਿਣਗੇ ਸ਼ਾਮ ਨੂੰ ਸਾਡੇ ਪ੍ਰਾਈਵੇਟ ਕਲੀਨਿਕ ਤੇ ਆ ਜਾਓ। ਉਸ ਤੋਂ ਇਲਾਵਾ ਤੁਸੀਂ ਦੇਖ ਲਓ ਸੜਕਾਂ ਦਾ ਹਾਲ ਦੇਖ ਲਓ। ਸੜਕਾਂ ਜਿੰਨੀਆਂ ਵੀ ਜਿਹੜੇ ਮੇਨ ਰੋਡ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਉਹ ਲਾਤੇ, ਆਪਣੇ ਕੀ ਕਹਿੰਦੇ ਹੁੰਦੇ ਟੋਲ ਪਲਾਜ਼ੇ ਲਾਤੇ। ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਨਹੀਂ ਪੜ੍ਹਾ ਸਕਦੇ, ਉੱਥੇ ਇਨਫਰਾਸਟ੍ਰਕਚਰ ਦੀ ਘਾਟ ਹੈ। ਨਾ ਦੇ ਸਮਾਰਟ ਸਕੂਲ ਜ਼ਰੂਰ ਨੇ, ਜੇ ਤੁਸੀਂ ਜਾ ਕੇ ਦੇਖੋ ਨਾ ਉੱਥੇ ਸਾਇੰਸ ਲੈਬੋਰਟਰੀਆਂ ਨੇ, ਨਾ ਲਾਇਬ੍ਰੇਰੀਆਂ ਹੈਗੀਆਂ ਨੇ। ਜੇ ਕੋਈ ਕੰਮ ਦਾ ਫਰਨੀਚਰ ਵਗੈਰਾ ਕੋਈ ਖਰਾਬ ਆ ਤਾਂ ਉਹ ਪਿੰਡ ਵਾਲੇ ਪੈਸੇ ਇਕੱਠੇ ਕਰਕੇ ਉੱਥੇ ਰਿਪੇਅਰ ਕਰਾਉਂਦੇ ਨੇ। ਸਰਕਾਰ ਦਾ ਬੁਰਾ ਹਾਲ ਆ ਹਰ ਪਾਸੇ। ਸਰਕਾਰ ਤੋਂ ਸਾਨੂੰ ਕੋਈ ਚਾਨਣ ਨਹੀਂ ਦਿੰਦਾ ਆਉਣ ਵਾਲੇ ਸਮੇਂ। ਮੈਨੂੰ ਇਹ ਦੱਸੋ ਵੀ 10 ਸਾਲ ਅਕਾਲੀਆਂ ਦੀ ਸਰਕਾਰ ਰਹਿੰਦੀ ਆ, 4 ਸਾਲ ਹੋ ਗਏ ਕੈਪਟਨ ਸਰਕਾਰ ਨੂੰ, ਇਹ 10 ਸਾਲਾਂ ਤੋਂ ਬਾਅਦ ਕੋਈ ਨਵੀਂ ਇੱਟ ਕਿਸੇ ਥਾਂ ਲੱਗਦੀ ਸੀ? ਨਹੀਂ, ਨਵੇਂ ਵਾਅਦੇ ਤਾਂ ਜਿਵੇਂ ਮੋਦੀ ਜੀ ਨੇ ਕਰੇ ਸੀ ਸਰਕਾਰ 'ਚ ਆਉਣ ਲਈ, ਕਿਉਂਕਿ ਉਹ ਵੀ ਜਿਹੜੇ PK ਨੇ ਕਰਵਾਏ ਸੀ ਮੋਦੀ ਤੋਂ, ਕਿਉਂਕਿ ਉਹ ਬਿਜ਼ਨਸਮੈਨ ਬੰਦਾ, ਉਹੀ ਵਾਅਦੇ ਉਦੋਂ ਉੱਪਰਲੇ ਵਾਅਦੇ ਕਰਕੇ ਕੈਪਟਨ ਸਰਕਾਰ ਸੱਤਾ 'ਚ ਆ ਗਈ। ਕੰਮ ਇਹਨਾਂ ਨੇ ਵੀ ਕੋਈ ਨਹੀਂ ਕਰਿਆ ਹੈਗਾ। ਇਹਨਾਂ ਨੂੰ ਅਸੀਂ 0 to 0 ਹੀ ਆਖਦੇ ਆ। ਭਾਵੇਂ ਇਹਨਾਂ ਨੇ ਆਪਦੀਆਂ ਤਨਖਾਹਾਂ ਵਧਾ ਲੀਆਂ ਆਪਣੇ, ਤੁਸੀਂ ਇਹਨਾਂ ਨੇ ਕਿਹਾ ਸੀ ਅਸੀਂ VIP ਕਲਚਰ ਖਤਮ ਕਰਾਂਗੇ। ਜੇ ਤੁਸੀਂ MLA ਨੂੰ ਦੇਖੋ, MLA ਤਾਂ ਹੈਗੀ ਨੇ, ਉਹਨਾਂ ਦੀਆਂ ਵਾਈਫ ਨਾਲ ਵੀ ਸਿਕਿਉਰਿਟੀ ਜਾਂਦੀ ਆ, ਇਹਨਾਂ ਦੇ PA ਨਾਲ ਵੀ ਸਿਕਿਉਰਿਟੀ ਹੁੰਦੀ ਆ। ਸਾਰਾ ਕੁਝ ਤੁਸੀਂ ਕੁੱਲ ਮਿਲਾ ਕੇ ਦੇਖ ਲਓ, ਕੁਝ ਵਧਿਆ ਹੀ ਆ, ਘਟਿਆ ਕੁਝ ਨਹੀਂ ਹੈਗਾ ਜੀ। ਸੋ ਵਧੀਆ ਹੀ ਆ, ਕੁਝ ਘਟਿਆ ਨਹੀਂ, ਪਰ ਉਹਨਾਂ ਦਾ ਕਹਿਣਾ ਕਿ ਨਵੀਂ ਇੱਟ ਕਿਤੇ ਕੋਈ ਨਹੀਂ ਲੱਗੀ, ਵਿਕਾਸ ਦੀ ਜੋ ਗੱਲ ਕਰਦੇ ਨੇ ਉਹ ਨਹੀਂ ਹੋਈ। ਸੋ ਕੀ ਕਹਿਣਾ ਹੈ ਜੀ, ਜੋ ਬਜਟ ਤੋਂ ਕੋਈ ਉਮੀਦਾਂ ਸੀਗੀਆਂ, ਤਾਂ ਜੇ ਉਮੀਦਾਂ ਸੀ ਕਿ ਉਹ ਖਰੀਆਂ ਉਤਰੀਆਂ, ਸਰਕਾਰ ਉਮੀਦਾਂ ਦੇ ਜਾਂ ਪਾਣੀ ਫਿਰ ਗਿਆ? ਉਹਦਾ ਫਿਰਿਆ ਪਿਆ ਜੀ। ਪਹਿਲਾਂ ਮੈਨੂੰ ਐ ਦੱਸੋ, ਕਰੋਨਾ ਕਾਲ ਚੱਲਿਆ, ਕੀ ਇਹਨਾਂ ਨੇ ਟਕਵੰਜ ਕੀਤੇ? ਇੰਨਾ ਪੈਸਾ ਆ ਗਿਆ ਜੀ, ਇੰਨਾ ਪੈਸਾ ਆ ਗਿਆ। ਕਰੋਨਾ 'ਚ ਆਪਾਂ ਦੇਖ ਲਿਆ ਆਪਦੀ ਹਿਫਾਜ਼ਤ ਆਪ ਕੀਤੀ ਅਸੀਂ, ਇਹਨਾਂ ਨੇ ਕੀ ਕੀਤਾ ਹੈਗਾ? ਚੁਣ ਕੇ ਤਾਂ ਅਸੀਂ ਭੇਜੇ ਆ, ਅਸੀਂ ਉੱਥੇ ਐਸ਼ ਕਰਨ ਨੂੰ ਭੇਜੇ ਆ। ਇਹ ਜਿਹੜਾ ਕੈਪਟਨ ਕਹਿੰਦਾ ਸੀ ਮੈਂ ਤਾਂ ਇਦੋਂ ਬਾਅਦ ਇਲੈਕਸ਼ਨ ਨਹੀਂ ਲੜਦਾ, ਇਹ ਹੋਰ ਜਵਾਨ ਹੋਈ ਜਾਂਦਾ। ਇੱਥੇ ਸਾਡੇ ਕਿਸਾਨ ਮਰੀ ਜਾਂਦੇ ਆ, ਇਹ ਡਾਂਸ ਕਰੀ ਜਾਂਦਾ, ਉੱਥੇ ਕਲਫ ਕਰਦਾ ਹੈ। ਸਾਨੂੰ ਪਤਾ, ਸਾਰੀ ਪੱਗ ਦੀ ਗੋਲੇ ਬੰਨ੍ਹਦੇ ਆ, ਮਾਵਾ ਲਾ ਕੇ ਕੌਣ ਬੰਨ੍ਹਦਾ ਉਹ ਵੀ ਸਾਨੂੰ ਪਤਾ ਹੈ। ਠੀਕ ਹੈ, ਚੰਗੀ ਵਿਸਕੀ ਪੀਂਦਾ ਰਾਜ ਮਹਿਲ ਦੇ ਵਿੱਚ, ਜਿਹੜਾ ਪਟਿਆਲੇ ਹੈਗਾ, ਸਾਨੂੰ ਪਤਾ ਇਹਦੀ ਅੱਡ ਰਸੋਈ ਆ ਜਿੱਥੇ ਖਾਂਦਾ ਇਹ ਐਡਾ। ਇਹ ਇੱਕ ਵਾਰੀ ਕੋਈ SSP ਸੀਗਾ, ਉਹਨੇ ਕਹਿੰਦਾ ਜੀ ਮੈਂ ਰਣਿੰਦਰ ਤੋਂ ਪੁੱਛ ਲਿਆ, ਉਹ ਕਹਿੰਦਾ ਸ਼ਟ ਅਪ, ਰਣਿੰਦਰ ਕੌਣ ਹੁੰਦਾ? ਇਹ ਬੰਦਾ ਜਦੋਂ ਆਪਦੇ ਬੱਚੇ ਦੀ ਬੇਇੱਜ਼ਤੀ ਕਰ ਸਕਦਾ, ਤੁਸੀਂ ਦੱਸੋ ਹੋਰ ਇਹਦੇ ਮੂਰੇ ਕੌਣ ਹੈਗਾ? ਇਹਨੇ ਕਿਹਾ ਸ਼ਟ ਅਪ SSP ਨੂੰ ਵੀ ਰਣਿੰਦਰ ਕੌਣ ਹੁੰਦਾ ਕਹਿਣ ਵਾਲਾ। ਇਹ ਬੰਦੇ ਸਾਰੇ ਨੇ ਢਿੱਡ ਤੁਸੀਂ ਦੇਖਿਆ ਕਿੱਡੇ ਕਿੱਡੇ ਹੈਗੇ। ਇਹ ਐਸ਼ ਪ੍ਰਸਤੇ ਜਾਂਦਾ, ਚਹਿਲ ਪੈਲਸ ਜਾਂਦਾ, ਉੱਥੇ ਇੰਜੋਏ ਕਰਦਾ। ਇਹਨੂੰ ਜਨਤਾ ਦੀ ਆਵਾਮ ਬਾਰੇ ਹੈ ਹੀ ਨਹੀਂ। ਹੁਣ ਦੁਬਾਰੇ ਲਾ ਹੋਰ ਕਹਿਤਾ, ਕਹਿੰਦਾ ਮੈਨੂੰ ਜੇ ਇੱਕ ਵਾਰੀ ਚਾਂਸ ਹੋਰ ਦਿਊਗੀ ਤਾਂ ਅਸੀਂ ਫੇਰ ਲੜ ਲਾਂਗੇ। ਕਮਾਲ ਦੀ ਗੱਲ ਆ ਯਾਰ। ਹੁਣ ਅਸੀਂ ਤੈਨੂੰ ਹੀ ਦੇਖੀ ਜਾਵਾਂਗੇ, ਸੋਨੂੰ ਹੀ ਦੇਖੀ ਜਾਵਾਂਗੇ, ਅਸੀਂ ਕੋਈ ਆਪਦੇ ਕਿਸਾਨਾਂ ਦੀ ਕੋਈ ਹੋਰ ਪਾਰਟੀ ਬਣਾਵਾਂਗੇ। ਜਿਹੜੀ ਇਹਨਾਂ ਨੂੰ ਭਾਜੜਾਂ ਪਈਆਂ ਨਾ, ਕਿੱਥੋਂ ਭਾਜੜਾਂ ਪਈਆਂ? ਕੈਪਟਨ ਨੂੰ ਕੀ ਭਾਜੜਾਂ ਪਈਆਂ ਗਿਆ? ਇਹਨਾਂ ਨੂੰ ਆਇਆ ਵੀ ਅੰਦੋਲਨ ਦੇ ਵਿੱਚ ਕਿਤੇ ਪਾਰਟੀ ਨਾਲ ਹੋਰ ਉੱਭਰ ਕੇ ਆ ਜੇ, ਨਵਾਂ ਬਦਲਾਅ ਨਾ ਆ ਜੇ। ਜਿਹੜੀ ਇਹਨੂੰ ਭੱਜ ਦੌੜ ਪਈ ਨਾ, ਜਿਹੜੇ ਤੇ ਬਿਆਨ ਦਿੰਦੇ ਆ, ਇਹ ਸਾਰੇ ਗਲਤ ਦਿੰਦੇ ਆ ਜਾਣ ਕੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਸਿੰਪਤੀ ਲੈ ਲਈਏ। ਜਿਹੜੇ ਸਾਡੇ ਭੋਲੇ ਭਾਲੇ ਅਨਪੜ੍ਹ ਲੋਕ ਨੇ ਵਿਚਾਰੇ, ਉਹਨਾਂ ਨੂੰ ਐ ਹੁੰਦਾ ਵੀ ਇਹ ਸਾਡੀ ਸਿੰਪਤੀ ਯਾਰ ਸਾਡੇ ਹੱਕ 'ਚ ਖੜੇ ਆ। ਸਾਡੇ ਹੱਕ 'ਚ ਨਹੀਂ, ਇਹ ਡਾਕੂ ਆ ਬਹੁਤ ਵੱਡੇ, ਕਾਰਪੋਰੇਟ ਘਰਾਣੇ ਆ ਇਹ, ਜਿਹੜੇ ਆਪਣੀ ਸਿਸਟਮ ਕੀ ਆ ਜਿਹੜੇ ਬਿੱਲ ਆ ਕਦੋਂ ਵੀ ਰੱਦ ਹੋ ਸਕਦੇ ਆ। ਪਰ ਮੇਨ ਮੁੱਦਾ ਕੀ ਆ? ਪਹਿਲਾਂ ਸਾਡਾ ਪੰਜਾਬ ਚੱਲਿਆ, ਫਿਰ ਸਾਡਾ ਹਰਿਆਣਾ ਜੁੜ ਗਿਆ, ਫਿਰ ਸਾਡੇ ਨਾਲ ਕਹਿੰਦੇ ਆ ਯੂਪੀ ਜੁੜ ਗਿਆ। ਹੁਣ ਜਿਹੜੀਆਂ ਦੂਜੀਆਂ ਚੋਣਾਂ ਹੋ ਰਹੀਆਂ, ਜੇ ਆਪਣਾ ਸਾਰਾ ਇੰਡੀਆ ਇਕੱਠਾ ਹੋ ਗਿਆ ਨਾ, ਆਪਣਾ ਕਾਰਪੋਰੇਟ ਘਰਾਣੇ ਭਜਾਉਣੇ ਆ ਯਾਰ। ਉਹ ਜਿਹੜੇ ਇਹਨਾਂ ਦੇ ਸ਼ੈਲੋ ਬਣੇ ਹੋਏ ਆ, ਸਾਡੀ ਸਕੀਮ ਤਾਂ ਇਹ ਹੈ, ਉੱਥੇ ਤਾਂ ਅਸੀਂ ਯਾਰ ਤੂੜੀਆਂ ਰੱਖਿਆ ਕਰਾਂਗੇ, ਸ਼ੈਲੋਆਂ ਦੇ ਵਿੱਚ ਭੰਨ ਕੇ ਸਟੋਰੇਜ ਤੂੜੀਆਂ ਦੀ ਕਰਿਆ ਕਰਾਂਗੇ। ਤੂੜੀ ਤੋਂ ਗੱਲ ਯਾਦ ਆ ਗਈ ਮੈਨੂੰ, ਤੂੜੀ ਤੋਂ ਗੱਲ ਯਾਦ ਆ ਗਈ। ਆਪਾਂ ਮੈਨੂੰ ਝੋਨੇ ਵਾਲੇ ਆ ਸਾਰੇ, ਝੋਨੇ ਵਾਲੇ ਹਨਾ। ਅੱਛਾ ਬਾਪੂ, ਪਰਾਲੀ ਫਿਰ ਕਿਵੇਂ ਕੀਤੀ? ਅੱਗ ਲਾਈ ਸੀ ਕਿ ਸਾਂਭੀ ਸੀ? ਸਾਂਭਣੀ ਕਾਹਦੀ ਆ, ਔਖੇ ਹੋ ਕੇ ਬਾਹਲਾ ਡੀਲ ਮਹਿੰਗਾ ਸੀਗਾ, ਤਵੀਆਂ ਪਾ ਕੇ ਉਹ ਨੱਪ ਦਿੱਤੀ। ਪਰਾਲੀ ਨੂੰ ਮਸ਼ੀਨਾਂ ਦੇਣ ਦੀ ਗੱਲ ਹੋਈ ਸੀ, 50% ਸਬਸਿਡੀ ਦੇਣ ਦੀ ਗੱਲ ਹੋਈ। ਇਹਨਾਂ ਦੇ ਲਾ ਰਹੇ ਆ, ਸਾਡੇ ਪਿੰਡ ਤਾਂ ਕਿਤੇ ਦੇਖੀ ਨਹੀਂ ਵੀ ਆ ਜਾ ਕਰੀ ਜਾਂਦੀ ਕੰਮ, ਜਾਂ ਕੋਈ ਜਿਵੇਂ ਦਾ ਕਰਾਈ ਜਾਂਦਾ, ਕੋਈ ਨਹੀਂ ਕਰਾਇਆ ਇਹਨਾਂ ਨੇ। ਕੋਈ ਨਹੀਂ ਮਸ਼ੀਨਾਂ ਲਾਈਆਂ ਤੁਹਾਡੇ ਚੋਂ, ਸੁਸਾਇਟੀਆਂ ਲਾਈਆਂ? ਜਮਾਂ ਜੀ ਐਂ ਕਹਿ ਕੇ ਅੱਗ ਲਾਵਾਂਗੇ, ਆ ਜਾਓ ਜਿਹਨੇ ਆਉਣਾ ਹੈ, ਅੱਗ ਲਈ। ਮੈਂ ਤਾਂ ਇਹ ਪੁੱਛ ਰਿਹਾ ਵੀ ਮਸ਼ੀਨਾਂ ਮਿਲੀਆਂ ਨੇ ਸੁਸਾਇਟੀਆਂ ਨੂੰ? ਨਾ ਕੋਈ ਮਸ਼ੀਨ ਨਹੀਂ, ਕੋਈ ਮਸ਼ੀਨ ਨਹੀਂ। ਫਿਰੋਜ਼ਪੁਰ ਜਿਹੜੇ ਸਾਰੇ ਅੱਗ ਲਾਈ ਤੇ ਕਬਾਡੇ ਠੋਕੀ ਆ। ਕਾਰਨ ਕੀ ਆ? ਮਸ਼ੀਨਾਂ ਦੇਣ ਦੀ ਗੱਲ ਕਰਦੇ ਆ, ਪੈਸੇ ਵੀ ਰੱਖਦੇ ਆ। ਉਹ ਕੀ ਕਰੀਏ ਜੀ, ਹੁਣ ਇੰਨਾ ਡੀਜ਼ਲ ਮਹਿੰਗਾ, ਕਿਵੇਂ ਸਾੜੀਆਂ ਨਾ, ਕਿਵੇਂ ਬਣੂ, ਕਿਵੇਂ ਜੀ, ਕਿਵੇਂ ਬਣੂਗੀ ਐਵੇਂ ਜੀ? ਅਸੀਂ ਇਹ ਵੀ ਆਖਿਆ ਸੀ ਵੀ ਅਸੀਂ ਤੁਹਾਨੂੰ ਦਿੰਨੇ, ਅਸੀਂ
ਟਰੈਕਟਰ ਵੀ ਦੇਣੇ ਆ, ਤਵੀਆਂ ਵੀ ਦੇਣੇ ਆ, ਤੇ ਸਾਨੂੰ ਬਣਾ ਕੇ ਦਿਓ ਪੈਲੀ ਇਹ ਕਿੱਲਾ ਬਣਾ ਕੇ ਨਹੀਂ ਬਣਦੀ ਉਹ ਪੈਲੀ ਜੀ ਨਹੀਂ ਬਣਦੀ। ਨਾ ਸੋ ਜੀ ਇੱਕ ਕਿੱਲਾ ਹੀ ਆਖਿਆ ਸੀ ਵੀ ਆਹੀ ਜਲਦੀ ਸੀ ਇੱਕ ਕਿੱਲਾ ਸਾਨੂੰ ਬਣਾ ਕੇ ਦਿਖਾ ਦਿਓ ਤੇ ਅਸੀਂ ਕੰਮ ਚਲਾ ਦਿਆਂਗੇ। ਨਹੀਂ ਚੱਲਿਆ ਨਾ ਚੱਲਿਆ ਨਹੀਂ। ਅੱਛਾ ਉਹ ਪਰਾਲੀ ਦੀ ਗੱਲ ਹੀ ਹੋ ਜਾਂਦੀ ਹੈ। 40,000 ਮਸ਼ੀਨਾਂ ਦੇਣ ਦੀ ਗੱਲ ਕਰਦੇ ਸੀ, ਫਿਰ ਕਹਿੰਦੇ ਕਰੋਨਾ ਆ ਗਿਆ, ਫਿਰ ਮਤਲਬ 26,000 ਦੇਣ ਦਾ ਐਲਾਨ ਕਰਤਾ। ਕਿਤੇ ਤੁਹਾਨੂੰ ਪਤਾ ਹੈ ਵੀ ਇਸ ਏਰੀਏ ਦੇ ਵਿੱਚ ਮਸ਼ੀਨਾਂ ਕਿਸੇ ਆਮ ਬੰਦੇ ਨੇ ਲਈਆਂ ਹੋਣ ਜਾਂ ਸੁਸਾਇਟੀਆਂ ਨੂੰ ਮਿਲੀਆਂ ਹੋਣ? ਅਸੀਂ ਕੋਲ ਲਈਆਂ, ਸਭ ਨੇ ਲੈ ਲਈਆਂ, ਹੈਪੀ ਸੀਟਰ ਲੈ ਲਏ, ਸੁਪਰ ਸੀਟਰ ਲੈ ਲਏ, ਪਰ ਹੱਲ ਹੀ ਨਹੀਂ ਹੋਇਆ। ਹਾਂਜੀ ਉਹਦਾ ਹੱਲ ਹੀ ਨਹੀਂ ਹੋਇਆ, ਸਗੋਂ ਸੁੰਡੀ ਪੈ ਗਈ ਥੱਲੇ, ਉਹ ਥੱਲੇ ਦੱਬਿਆ ਗਿਆ, ਉੱਤੇ ਪਾਣੀ ਲਾਤਾ, ਉਹਦੇ ਨਾਲ ਸੁੰਡੀ ਪੈ ਗਈ। ਹਾਂ ਅਗਲੀ ਫਸਲ ਵੀ ਮਰ ਗਈ। ਜੋ ਕੋਈ ਹੱਲ ਨਹੀਂ ਹੋਇਆ, ਜ਼ਿਮੀਂਦਾਰ ਕੀ ਕਰੇ, ਮਰਦਾ ਗਲਾਉਂਦਾ ਹੈ। ਜਿਹਦਾ ਹੱਲ ਤੇ ਫਿਰ ਕਹਿੰਦੇ ਕਲਾਈਮੇਟ ਚੇਂਜ ਕਰਕੇ ਹੋ ਗਿਆ, ਮੌਸਮ ਚੇਂਜ ਹੁੰਦਾ ਉਹਦੇ ਨਹੀਂ, ਮੌਸਮ ਦਾ ਕੋਈ ਬਾ ਹੁਣੀ ਹੋ ਗਿਆ, ਮੌਸਮ ਅੱਗੇ ਪਿੱਛੇ ਨਹੀਂ ਹੋਇਆ। ਹੁਣ ਤਾਂ ਇੰਨੀ ਮਸ਼ੀਨਰੀ ਦੇਤੀ, ਹੁਣ ਕਿਵੇਂ ਮੌਸਮ ਹੋ ਗਿਆ। ਆਪੂ ਮਸ਼ੀਨਰੀ ਜਿਹੜੀ ਲਈ ਸੀ ਉਹ ਤੇ 50% ਸਬਸਿਡੀ ਮਿਲੀ ਸੀਗੀ। ਨਹੀਂ 50% ਸਾਨੂੰ ਕੋਈ ਨਹੀਂ, ਜੇ 2-4 ਦੇਤੀਆਂ ਮੂਹਰੇ ਨਾਲ ਆਪ ਹੀ ਲੈ ਲਈਆਂ ਆਪਦੇ ਬੰਦਿਆਂ ਨੂੰ ਹੀ। ਸਬਸਿਡੀ ਕਿੰਨੀ ਹਾਂ ਸਬਸਿਡੀ ਪਹਿਲਾਂ ਇਹਨਾਂ ਨੇ 50 ਕਿਹਾ ਸੀ, ਪਹਿਲਾਂ ਤਾਂ ਇਹਨਾਂ ਨੇ ਪਹਿਲਾਂ ਤਾਂ 80%, ਫਿਰ 50 ਤੇ ਆ ਗਏ। ਹਾਂ ਮੁੜ ਕੇ ਉਸ ਤੋਂ ਬਾਅਦ 50 ਤੇ, ਹੁਣ 50 ਤੋਂ ਵੀ ਭੱਜ ਗਏ। ਤੁਹਾਨੂੰ 50 ਤੇ ਵੀ ਨਹੀਂ ਨਹੀਂ 50 ਤੇ ਵੀ ਨਹੀਂ ਮਿਲੀ ਕਦੇ। ਇਹਨਾਂ ਕੋਲੇ ਜੀ 8000 ਕਰੋੜ ਦਾ ਕਰੋਨਾ ਕਾਲ ਦੇ ਵਿੱਚ ਜਹਾਜ਼ ਲੈਣ ਨੂੰ ਹੁੰਦਾ। ਸਰਕਾਰਾਂ ਵਾਸਤੇ ਕਿੱਡੀ ਕੁ ਗੱਲ ਹੁੰਦੀ ਆ ਮਸ਼ੀਨਾਂ ਸੁਸਾਇਟੀਆਂ ਵਿੱਚ ਪਹੁੰਚਾਉਣੀਆਂ। ਤੁਸੀਂ ਮੈਨੂੰ ਇੱਕ ਜ਼ਿਮੀਂਦਾਰ ਇੱਥੇ ਇੰਨੇ ਬੈਠੇ, ਇੱਕ ਦੀ ਜ਼ਮੀਨ ਦਿਖਾ ਦਿਓ ਜਿਹਦੀ ਲਾਲ ਲਕੀਰ 'ਚ ਨਾ ਹੋਵੇ। ਸਾਰਿਆਂ ਨੇ ਵੱਡੀਆਂ ਵੱਡੀਆਂ ਲਿਮਟਾਂ ਕਰਾਈਆਂ ਹੋਏ ਨੇ, ਕੋਈ ਮਜਬੂਰੀਆਂ ਨੇ। ਇਹਨਾਂ ਦੇ ਚਿਹਰੇ ਦੇਖੋ ਸਾਰੇ ਮੁਰਝਾਏ ਹੋਏ ਨੇ। ਕਿਸੇ ਦੇ ਉਹਨਾਂ ਲਾਲ ਪੁੱਚਰਾਂ ਵਰਗੇ ਲੀਡਰ ਪਏ ਨੇ, ਉਹਨਾਂ ਨੇ ਜਨਤਾ ਨੂੰ ਲੁੱਟ ਕੇ ਖਾ ਲਿਆ ਹੈ। 8-8000 ਕਰੋੜ ਦੇ ਆ ਹੁਣ ਪਾਰਲੀਮੈਂਟ ਹੈ, ਕੀ ਹੋਇਆ ਪਾਰਲੀਮੈਂਟ ਨੂੰ? ਬੈਠਦੇ ਤਾਂ ਸਾਰੇ ਉੱਥੇ ਠੱਗ ਆ। 700 ਕਰੋੜ ਦੀ ਨਵੀਂ ਪਾਰਲੀਮੈਂਟ ਬਣਾ ਰਿਹਾ ਹੈ। ਤੁਸੀਂ ਮੈਨੂੰ ਇੱਕ ਦੱਸ ਦਿਓ, ਕੋਈ ਪਿੰਡਾਂ ਦੇ ਵਿੱਚ ਇਹਨਾਂ ਨੇ ਕੋਈ ਐਵੇਂ ਦਾ ਸਾਂਝਾ ਪ੍ਰੋਗਰਾਮ ਕਰਨ ਵਾਸਤੇ ਕਮਿਊਨਿਟੀ ਹਾਲ ਬਣਾਏ ਹੋਣ? ਇਹਨਾਂ ਵਾਸਤੇ ਤਾਂ ਸਾਰਾ ਕੁਝ ਉਪਲਬਧ ਹੈ। ਇਹਨਾਂ ਵਾਸਤੇ VIP ਗੱਡੀਆਂ ਇਹਨਾਂ ਨੇ, ਚਾਰਟਰਡ ਪਲੇਨ ਇਹਨਾਂ ਕੋਲੇ ਹੈਗੇ ਨੇ। ਪਰ ਜਦੋਂ ਕੱਲ ਕਿਸਾਨ ਦੀ ਆ ਜਾਂਦੀ ਆ, ਕਿਸਾਨ ਵਾਸਤੇ ਕਦੇ ਕਰੋਨਾ ਕਾਲ ਦਾ ਬਹਾਨਾ ਲਾ ਲੈਂਦੇ ਨੇ, ਕਦੇ ਕੋਈ ਫਾਈਨੈਂਸ਼ੀਅਲੀ ਹੋਰ ਦੱਸ ਦਿੰਦੇ ਨੇ ਅਸੀਂ ਆਰਮਡ ਇਕਵਿਪਮੈਂਟ ਖਰੀਦ ਲਿਆ ਜਾਂ ਕੁਝ ਹੋਰ ਖਰੀਦ ਲਿਆ। ਆਪਦੇ ਘਰਾਣਿਆਂ ਨੂੰ ਤੁਸੀਂ ਦੇਖੋ, ਪੰਜਾਬ ਸਿਰ ਕਿੰਨਾ ਕਰਜ਼ਾ, 2.25 ਲੱਖ ਕਰੋੜ ਕਰਜ਼ਾ ਹੋ ਗਿਆ। ਔਰ ਜੇ ਤੁਸੀਂ ਦੇਖੋ ਤੇ ਮੇਰੇ ਖਿਆਲ 'ਚ 55 ਲੱਖ ਕਰੋੜ ਤਾਂ ਇਹਨਾਂ ਨੇ 2012 ਤੋਂ ਲੈ ਕੇ 18 ਤੱਕ ਇਹਨਾਂ ਦਾ ਮਾਫ ਕਰਤਾ। NPA ਕਰਤਾ ਸੀਗਾ, ਜਿਹੜੇ ਆਪਣੀਆਂ ਬੈਂਕਾਂ ਤੋਂ ਲੋਨ ਲੈ ਕੇ ਮਾਲੀਏ ਤੇ ਦੂਜੇ ਭੱਜੇ ਨੇ ਹੈ। ਕਿਸਾਨਾਂ ਵਾਸਤੇ ਇਹਨਾਂ ਕੋਲੇ ਕੋਈ ਚੰਗੀ ਸਕੀਮ ਨਹੀਂ ਹੈਗੀ। ਇਹਨਾਂ ਦੇ ਆਪਦੇ ਬੱਚੇ, ਕੋਈ ਇੱਕ ਬੱਚੇ ਦਾ, ਇੱਕ ਲੀਡਰ ਦਾ ਬੱਚਾ ਤੁਸੀਂ ਕਹਿ ਦਿਓ ਵੀ ਸਰਕਾਰੀ ਸਕੂਲ 'ਚ ਇੱਕ ਦਾ ਵੀ ਪੜ੍ਹਦਾ ਹੋਵੇ। ਕੋਈ ਡਲਹੌਜੀ ਪੜ੍ਹਦਾ, ਕੋਈ ਮਸੂਰੀ, ਕੈਨੇਡਾ, ਅਮਰੀਕਾ, USA ਤੋਂ ਕੋਰਸ ਕਰਦੇ ਆ। ਇਹ ਸਾਡੇ ਵਿੱਚ, ਮੈਂ ਤਾਂ ਹੈਰਾਨ ਆ ਵੀ ਸਾਡੇ ਭਾਈਚਾਰੇ ਨੂੰ। ਮੈਂ ਤਾਂ ਕਹਿਣਾ ਹੁਣ ਇੱਥੇ ਇਲੈਕਸ਼ਨਾਂ ਹੋਈਆਂ ਪੰਜਾਬ ਦੇ ਵਿੱਚ, ਕਾਂਗਰਸ ਤੇ ਦੂਜੀਆਂ ਪਾਰਟੀਆਂ, ਅਸੀਂ ਬਾਈਕਾਟ ਕਿਉਂ ਨਹੀਂ ਕਰਿਆ ਉਹਨਾਂ ਦਾ? ਜਦੋਂ ਇੱਥੇ ਐਡਾ ਐਜੀਟੇਸ਼ਨ ਚੱਲ ਰਿਹਾ, ਕੋਈ ਆਜ਼ਾਦ ਬੰਦਿਆਂ ਨੂੰ ਖੜਾ ਕੇ ਜਿੱਤਿਆ ਦਿੰਦੇ, ਯਾਰ ਤੁਸੀਂ ਉਹਨਾਂ ਨੂੰ ਫੇਰ ਅੱਲਾਸ਼ੇਰੀ ਦਿੰਦੇ ਹੋ। ਇਹ ਵੱਡਾ ਸਵਾਲ ਹੈ ਕਿ ਐਤਕੀ ਅਨੰਦਪੁਰ ਸਾਹਿਬ ਬੇਸ਼ੱਕ ਆਜ਼ਾਦ ਉਮੀਦਵਾਰ ਜਿੱਤੇ ਨੇ, 13 ਸੀਟਾਂ ਸੀ ਅਨੰਦਪੁਰ ਸਾਹਿਬ ਦੀਆਂ, ਆਜ਼ਾਦ ਉਮੀਦਵਾਰ ਜਿੱਤੇ ਨੇ, ਪਰ ਇਹ ਗੱਲ ਜ਼ਰੂਰ ਸੀ ਕ੍ਰਾਂਤੀ ਉੱਠੂਗੀ ਤੇ ਪਾਰਟੀਆਂ ਦਾ ਵਿਰੋਧ ਹੋਊਗਾ। ਪਰ ਅਜਿਹਾ ਨਹੀਂ ਹੋਇਆ। ਕੀ ਕਾਰਨ ਮੰਨਦੇ ਹੋ ਬਜ਼ੁਰਗੋ? ਮੈਂ ਤੁਹਾਨੂੰ ਪੁੱਛੂੰਗਾ ਕੀ ਕਾਰਨ ਮੰਨਦੇ ਹੋ? ਜੇਕਰ ਵਿਰੋਧ ਨਹੀਂ ਹੋਇਆ ਜਾਂ ਜੇਕਰ ਹੁਣ ਵੀ ਕਾਂਗਰਸ ਸਰਕਾਰ ਬਣਦੀ ਜਾਂ ਅਕਾਲੀਆਂ ਦੀ ਬਣਦੀ ਆ, ਤਾਂ ਕੀ ਉਹ ਕੰਮ ਦੇ ਬੇਸ ਤੇ ਬਣਦੀ ਹੈ? ਕੰਮ ਦੇ ਬੇਸ ਤੇ ਕੀ ਇੱਥੇ ਪਾਰਟੀਆਂ 'ਚ ਵੰਡੇ ਹੋਏ ਅਸੀਂ ਥੱਲੇ। ਜੇ ਪਾਰਟੀਆਂ ਛੱਡਾਂਗੇ ਫੇਰ, ਜੇ ਪਾਰਟੀ ਮੈਂ ਅਕਾਲੀ ਆ, ਮੈਂ ਕਾਂਗਰਸੀਆਂ ਕਰਕੇ ਆਪਾਂ ਵੋਟਾਂ ਪਾ ਦਿੰਦੇ। ਯਾਨੀ ਕਿ ਇੱਥੇ ਆ ਕੇ ਕਿਸਾਨ ਹੋ ਗਏ ਆ, ਪੰਜਾਬ ਉੜਦੇ ਹੋ। ਜੇ ਆਪਾਂ ਉਸ ਨੂੰ ਚੀਜ਼ ਨੂੰ ਛੱਡਾਂਗੇ ਫਿਰ ਕਿਸਾਨ ਦੇ ਤੌਰ ਤੇ ਚੱਲਾਂਗੇ, ਫਿਰ ਚੱਲਾਂਗੇ। ਜਦੋਂ ਪਾਰਟੀਆਂ ਜਿੰਨਾ ਚਿਰ ਆਪਾਂ ਇਹ ਤਾਂ ਆਪ ਨਹੀਂ, ਪਾਰਟੀਆਂ ਸਾਡੀਆਂ ਆਪ ਨੇ ਉਹ ਕੀਤਾ। ਜੇ ਕਾਲੀ ਝੰਡੀ ਇੱਕ ਲੈ ਕੇ ਤੁਰਦੇ ਅੱਜ ਨੂੰ ਉਹ ਹੋ ਜਾਂਦਾ। ਯਾਨੀ ਕਿ ਅਸੀਂ ਕਹਿੰਦੇ ਵੀ ਪੰਜਾਬ ਵੜਦੇ ਸਾਰ ਹੀ, ਚਾਹੇ ਅਸੀਂ ਜਿੱਥੇ ਬਾਰਡਰ ਸ਼ੁਰੂ ਹੋ ਜਾਂਦਾ ਪੰਜਾਬ ਦਾ ਡੱਬ ਵਾਲੀ ਵਾਲੇ ਕੋਲੋਂ, ਉੱਥੋਂ ਜਾ ਕੇ ਅਸੀਂ ਪਾਰਟੀਆਂ 'ਚ ਵੰਡੇ ਜਾਂਦੇ ਹਾਂ। ਬਾਈ ਜੀ, ਪੰਜਾਬ ਸਰਕਾਰ ਰਵਾਇਤੀ ਖੇਤੀ ਤੋਂ ਬਾਹਰ ਕੱਢਣ ਦੀ ਗੱਲ ਕਰਦੀ ਸੀ, ਖੇਤੀ ਵਿਭਿੰਨਤਾ ਲਿਆਉਣ ਦੀ ਗੱਲ ਕਰਦੀ ਸੀ। ਕੀ ਕਿਤੇ ਲੱਗਦਾ ਹੈ ਵੀ ਜਿਹੜੀ ਮਾਲਵਾ ਬੈਲਟ ਹੈ, ਇਹ ਤੇ ਖੇਤੀ ਵਿਭਿੰਨਤਾ ਸਫਲਤਾ ਆਈ ਆ 4 ਸਾਲਾਂ 'ਚ? ਦੇਖੋ ਵੀਰ ਜੀ, ਮੈਂ ਗੁਰਪ੍ਰੀਤ ਸਿੰਘ, ਪਿੰਡ ਕਟਿਆਵਾਲੀ ਤੋਂ ਸਾਬਕਾ ਸਰਪੰਚ ਔਰ ਕੋਲੇ ਕਿਸਾਨ ਸਭਾ ਜ਼ਿਲ੍ਹਾ ਸਕੱਤਰ ਸ੍ਰੀ ਮੁਕਤਸਰ ਸਾਹਿਬ ਤੋਂ। ਉਹ ਦੇਖੋ, ਮੇਰੀ ਤਾਂ ਬੇਨਤੀ ਹੈ ਵੀ ਇਹ ਜਿਹੜੇ ਸਾਰੇ ਨਾ, ਜਿੰਨੇ ਚਾਹੇ ਕੋਈ ਅਕਾਲੀ ਹੈ ਚਾਹੇ ਕੋਈ ਕਾਂਗਰਸੀ ਹੈ, ਇਹਨਾਂ ਤੋਂ ਆਪਾਂ ਜਿਵੇਂ ਵੀਰ ਜੀ ਨੇ ਦੱਸਿਆ ਹੈ ਵੀ ਇੱਥੋਂ ਆਪਾਂ ਟੱਪ ਜਾਈਏ ਰੋਧਕ, ਤੇ ਕੋਈ ਅਕਾਲੀਆਂ ਮਗਰ ਲੱਗ ਜਾਂਦਾ ਤੇ ਕੋਈ ਕਾਂਗਰਸੀਆਂ ਮਗਰ ਲੱਗ ਜਾਂਦਾ ਹੈ। ਦੇਖੋ, ਇਹਨਾਂ ਤੋਂ ਆਪਣਾ ਬਾਹਰ ਨਿਕਲਣਾ ਪਊਗਾ। ਹੁਣ ਇੱਕ ਆਪਣਾ ਮਤਲਬ ਕਿ ਆਪਣੀ ਜ਼ਮੀਨ ਬਚਾਉਣ ਦਾ ਮੁੱਦਾ ਆ ਗਿਆ। ਦੇਖੋ, ਪਹਿਲਾਂ ਇਹਨੇ GST ਲਾਈ, ਕੋਈ ਵੀ ਨਹੀਂ ਬੋਲਿਆ। ਆਪਾਂ ਨੂੰ ਬੋਲਣਾ ਚਾਹੀਦਾ ਸੀ ਉਦੋਂ। ਚਲੋ ਫਿਰ ਇਹਨਾਂ ਨੋਟਬੰਦੀ ਕਰਦੀ ਤਾਂ ਵੀ ਕੋਈ ਨਹੀਂ ਬੋਲਿਆ। ਹੁਣ GST ਲਾਈ ਹੈ, ਡੀਜ਼ਲ ਤੇ ਪੈਟਰੋਲ ਤੇ ਕਿਉਂ ਲਾਈ ਇਹਨਾਂ? ਕਿਉਂ? ਸਭ ਨੂੰ ਇਹਨਾਂ ਨੂੰ, ਸਰਕਾਰ ਨੂੰ ਕਮਾਈ ਹੈ, ਡਾਨੀ ਬਾਨੀ ਨੂੰ ਉੱਥੇ ਕਮਾਈ ਹੈ। ਬਾਕੀ ਤੇ ਸਭ ਤੇ ਲਾਤੀ, ਉੱਥੇ ਕਿਉਂ ਲਾਉਂਦੇ? ਲਾਓ ਨਾ। ਇਹ ਸਭ ਚੋਰ ਰਲੇ ਹੋਏ ਨੇ।
ਦੇਖੋ ਅਸੀਂ ਤਾਂ ਕਹਿੰਦੇ ਮਹਾਰਾਜ ਸਾਡੀ ਕਿਰਪਾ ਕਰੇ, ਜਿਹੜਾ ਸੰਘਰਸ਼ ਜਿੱਤ ਕੇ ਜਾਈਏ ਤੇ ਮਹਾਰਾਜ ਸਾਡੇ ਕਿਰਪਾ ਕਰੇ ਤੇ ਅਸੀਂ ਆਪਦੀ ਇਹ ਕਿਸਾਨਾਂ ਦੀ ਸਰਕਾਰ ਬਣਾਈਏ, ਇਹਨਾਂ ਨੂੰ ਸਾਰਿਆਂ ਨੂੰ ਪਿੱਛੇ ਸੱਟੀਏ। ਨਾ ਤਾਂ ਕੋਈ ਇੱਕ ਮਿੰਟ, ਨਾ ਤਾਂ ਕੋਈ ਕਾਂਗਰਸੀ ਚਾਹੁੰਦਾ ਹੈ ਵੀ ਇਹ ਦੋਲਨ ਜਿੱਤ ਜਾਣ, ਔਰ ਨਾ ਕੋਈ ਅਕਾਲੀ ਚਾਹੁੰਦਾ ਹੈ। ਇਹ ਸਾਰੇ ਰਲੇ ਹੋਏ ਨੇ। ਪਾਰਟੀਆਂ ਨਹੀਂ ਚਾਹੁੰਦੀਆਂ, ਤੁਸੀਂ ਇਹ ਗੱਲ ਕਹਿੰਦੇ ਹੋ। ਅੱਛਾ ਮਾਤਾ, ਤੁਹਾਡੇ ਚੋਂ ਕਿਸੇ ਦਾ ਬੇਟਾ ਬਾਹਰ ਗਿਆ ਹੋਵੇ ਜਾਂ ਪਿੰਡ 'ਚ ਕਿਸੇ ਦਾ ਬੇਟਾ ਬਾਹਰ ਗਿਆ ਹੋਵੇ ਤਾਂ ਕੋਈ ਹੈ ਤੁਹਾਡੇ ਚੋਂ, ਜਾਂ ਬਾਹਰ ਜਾਣ ਦਾ ਕਾਰਨ ਪਤਾ ਵੀ ਬਾਹਰ ਕਿਉਂ ਜਾਂਦੇ? ਮੈਂ ਤੁਹਾਡੇ ਨਾਲ ਗੱਲ ਕਰਾਂਗੇ। ਕੀ ਨਾਮ ਹੈ ਤੁਹਾਡਾ? ਬਾਹਰ ਬੈਠੇ ਸਹੂਲਤਾਂ ਹੀ ਨਹੀਂ ਦਿੰਦੀ ਸੀ ਗਵਰਨਮੈਂਟ ਇੱਧਰਲੀ। ਜਸਵੀਰ ਕੌਰ ਹੈ। ਜਸਵੀਰ ਕੌਰ। ਪਿੰਡ ਕਿਹੜਾ? ਬੇਟੀ ਗਈ ਹੈ ਆਸਟ੍ਰੇਲੀਆ। ਤੁਹਾਡੀ ਬੇਟੀ? ਹਾਂ, ਇੱਕ ਬੇਟਾ ਉਹੀ ਬਾਹਰ ਤੋਰੀ ਜਾਂਦੇ ਆ। ਕਿਉਂ ਤੋਰੀ ਜਾਂਦੇ ਆ? ਹਜ਼ਾਰਾਂ ਦੇ ਲੱਖਾਂ ਦੇ 15-15 ਲੱਖ ਰੁਪਏ ਲਾ ਕੇ। ਕਿਹਦੇ ਕੋਲੇ ਹੁੰਦਾ 15 ਲੱਖ? ਜ਼ਮੀਨ ਕਿੰਨੀ ਕੁ? 5 ਕਿੱਲੇ ਹੈ। 5 ਕਿੱਲੇ। 5 ਕਿੱਲੇ 'ਚ ਗੁਜ਼ਾਰਾ ਨਹੀਂ ਹੁੰਦਾ? ਨਹੀਂ ਹੁੰਦਾ। ਤੇ 5 ਕਿੱਲੇ ਤੇ ਹੁਣ ਕਿਤੇ ਨਾ ਕਿਤੇ ਕਰਜ਼ਾ ਲੈ ਕੇ ਬਾਹਰ ਭੇਜਦੇ ਹੋਵੋਗੇ। ਹਾਂਜੀ ਕਰਜ਼ਾ ਲੈ ਕੇ ਬਿਲਕੁਲ। 5 ਕਿੱਲਿਆਂ ਤੇ ਕਿੱਥੋਂ ਭੇਜ ਸਕਦੇ ਆ? 15 ਲੱਖ ਰੁਪਏ ਲਾਉਣਾ, ਪਹਿਲਾਂ ਕਰਜ਼ਾ ਚੱਕਦੇ ਆ 5 ਰੁਪਈਆਂ ਦੀ, ਫਿਰ ਬੱਚਾ ਲਾਉਂਦਾ ਉਧਰ ਜਾ ਕੇ ਕਮਾਈ ਕਰਕੇ ਸਟਰਗਲ ਕਰਦਾ ਹੈ। ਕਿਤੇ ਜਾ ਕੇ PR ਮਿਲਦੀ ਹੈ। ਇੱਕ ਬੱਚਾ ਅੱਖਾਂ ਦੀਆਂ ਫੱਟੀਆਂ ਬਾਹਰ ਭੇਜ ਦਿੰਦੇ ਆ। ਕਿਉਂ ਭੇਜ ਦਿੰਦੇ ਆ? ਗੰਦੀਆਂ ਗਵਰਨਮੈਂਟਾਂ ਦੀ ਕਰਕੇ। ਗੰਦੀਆਂ ਗਵਰਨਮੈਂਟਾਂ ਇੱਥੋਂ ਦੀਆਂ। ਆਸਟ੍ਰੇਲੀਆ 'ਚ ਬੇਟੀ ਰਹਿ ਆਸਟ੍ਰੇਲੀਆ ਦੇ, ਕੈਨੇਡਾ ਦੇ, ਉਹ ਕਿਉਂ ਨਹੀਂ ਆਪਣੇ ਇੱਧਰ ਆ ਜਾਂਦੇ? ਉੱਥੇ ਸਹੂਲਤਾਂ ਪਤਾ ਭੇਜਦੇ। ਉਧਰਲੇ ਕਿਉਂ ਨਹੀਂ ਆ ਜਾਂਦੇ? ਜੇ ਆਪਣੀ ਵਧੀਆ ਕੰਟਰੀ ਹੋਵੇ ਉਹ ਵੀ ਆਉਣ ਇੱਧਰ ਵੀ ਅਸੀਂ ਚੱਲੇ ਆ ਇੰਡੀਆ, ਕਿਉਂ ਨਹੀਂ ਆਉਂਦੇ? ਮਾਹੌਲ ਵੀ ਦੱਸਦੀ ਹੋਣੀ ਬੇਟੀ। ਹਾਂ, ਵਧੀਆ ਮਾਹੌਲ। ਉਧਰ ਜਾ ਕੇ ਉਹਨਾਂ ਨੂੰ ਕਮਾਈ ਵੀ ਕਰਨੀ ਪੈਂਦੀ ਹੈ, ਲੱਗਦੇ ਵੀ ਇੱਕ ਉਹਨਾਂ ਨੂੰ ਸਟਰਗਲ ਕਰਨਾ ਪੈਂਦਾ ਇੱਕ ਟਾਈਮ। ਪਰ ਗੱਲ ਕਰ ਵੀ ਐਸ ਗਵਰਨਮੈਂਟ ਨਾਲ ਵਧੀਆ ਕੰਟਰੀਆਂ, ਵਧੀਆ ਗਵਰਨਮੈਂਟਾਂ, ਐਡੀ ਕੁੱਤੀ ਗਵਰਨਮੈਂਟ ਇੱਥੋਂ ਦੀ ਇੰਡੀਆ ਦੀ ਜਿੱਡੀ ਵੀ ਕਹਿਣ ਤੋਂ ਪਰੇ ਹੈ। ਅੱਛਾ ਤੁਸੀਂ ਕਿਹਾ ਬਾਹਰ ਜਾ ਕੇ ਆਪਣੇ ਬੱਚੇ ਕੰਮ ਕਰਦੇ, ਕਈ ਤਰ੍ਹਾਂ ਦੇ ਕੰਮ ਕਰਦੇ ਆ, ਆਪਣੇ ਬੱਚੇ ਇੱਥੇ ਕਿਉਂ ਨਹੀਂ ਕੰਮ ਕਰਦੇ? ਇੱਕ ਸਵਾਲ ਜ਼ਰੂਰ ਹੈ ਵੀ ਇੱਥੇ ਉਹੋ ਜਿਹਾ ਕੰਮ ਕਿਉਂ ਨਹੀਂ ਕਰਦੇ? ਇੱਥੇ ਸਹੂਲਤਾਂ ਹੀ ਹੈ ਨਹੀਂ ਇਦਾਂ ਦੀਆਂ, ਇੰਨੀਆਂ ਸਹੂਲਤਾਂ ਹੀ ਹੈ ਨਹੀਂ। ਹਾਂ ਪੁੱਤ, ਕੁਝ ਕਹਿਣਾ ਜੀ? ਗੱਲ ਸਹੂਲਤਾਂ ਦੀ ਨਹੀਂ। ਉਹ ਹੁਣ ਜਿਵੇਂ ਲੋਕ ਕਹਿ ਦਿੰਦੇ ਆ ਕਿ ਮੋਦੀ ਮਰ ਜੇ ਤੇ ਆਪਣਾ ਹੱਲ ਹੋ ਜੂ। ਮੋਦੀ ਮਰ ਜੂਗਾ ਪਰ ਸਿਸਟਮ ਤਾਂ ਉਹੀ ਰਹੂਗਾ ਨਾ। ਗੱਲ ਤਾਂ ਉੱਥੇ ਆ ਜਾਂਦੀ ਵੀ ਚੇਂਜ ਤਾਂ ਆਪਾਂ ਸਿਸਟਮ ਕਰਨਾ। ਆਪਾਂ ਪੜ੍ਹ ਕੇ ਬਾਹਰ ਤੁਰ ਜਾਂਦੇ ਆ ਤੇ ਆਪਾਂ ਫਿਰ ਇੱਧਰ ਆਪਦੇ ਸਿਸਟਮ 'ਚ ਕਿਉਂ ਨਹੀਂ ਵੜਦੇ? ਆਪ IPS ਦੇ ਪੇਪਰ ਦੇ ਕੇ ਆਪ ਕਲੀਅਰ ਕਿਉਂ ਨਹੀਂ ਕਰਦੇ? ਮੰਨਿਆ ਜੌਬ ਨਹੀਂ ਦਿੰਦੇ, ਆਪਾਂ ਕਹਿੰਦੇ ਆਪਣੇ ਦੇਸ਼ 'ਚ ਕੋਈ ਸਹੂਲਤਾਂ ਨਹੀਂ ਦਿੰਦਾ, ਆਪਾਂ ਲੈਣੀਆਂ ਹੀ ਨਹੀਂ ਚਾਹੁੰਦੇ ਕੋਈ। ਹਾਂਜੀ ਜਿਵੇਂ ਹੁਣ ਆਪਾਂ ਪੜ੍ਹੀਏ ਲਿਖੀਏ, ਆਪਾਂ ਆਪਦੇ ਦੇਸ਼ ਦੇ ਸਿਸਟਮ 'ਚ ਵੜੀਏ, ਆਪਾਂ ਇੰਨੇ ਜੋਗੇ ਹੋ ਜਾਈਏ। ਮੋਦੀ ਨੇ ਇਹ ਕੋਈ ਵੀ ਸਾਰੀ ਜਿੰਨਾ ਚਿਰ ਦੁਨੀਆ ਉਹਨਾਂ ਚਿਰ ਕੋਈ ਨਹੀਂ ਜਿਉਂਦਾ ਰਹਿੰਦਾ, ਪਰ ਆਪਾਂ ਇਸ ਜੋਗੇ ਤਾਂ ਹੋ ਜਾਈਏ ਕਿ ਗਾਂ ਆਪਾਂ ਆਪਦਾ ਦੇਸ਼ ਨੂੰ ਚਲਾ ਸਕੀਏ। ਐਂ ਨਹੀਂ ਨਾ ਕਹਿ ਸਕਦੇ ਮੋਦੀ ਮਰ ਗਿਆ ਜਾਂ ਕਾਂਗਰਸੀਆਂ ਇਹ ਕੈਪਟਨ ਮਰ ਗਿਆ ਤਾਂ ਆਪਣੇ ਦੇਸ਼ ਦਾ ਵਿਕਾਸ ਹੋ ਜੂ। ਐਂ ਨਹੀਂ ਕੁਛ ਹੋਣਾ। ਲੋੜ ਤਾਂ ਸਿਸਟਮ ਨੂੰ ਚੇਂਜ ਕਰਨ ਦੀ ਹੈ ਨਾ। 14 ਸਾਲ ਹੀ। 14 ਸਾਲ। ਕੀ ਨਾਮ ਹੈ? ਸਿਮਰਨ। ਪਿੰਡ ਰੋੜੀ ਕਪੂਰਾ ਹੀ, ਫਰੀਦਕੋਟ। ਜ਼ਿਲ੍ਹਾ ਫਰੀਦਕੋਟ। ਤੇ ਕਿਹੜੀ ਕਲਾਸ 'ਚ ਪੜ੍ਹਦਾ? 11th ਹੀ। 11th। ਐਡੇ ਵਧੀਆ ਵਿਚਾਰ, ਇਹ ਸਾਰਾ ਕੁਝ ਕਿਵੇਂ ਆਉਂਦਾ ਹੈ, ਉਹ ਵੀ ਇੰਨੀ ਛੋਟੀ ਉਮਰ 'ਚ? ਇੱਕ ਤਾਂ ਹੀ ਮੇਰੇ ਮਤਲਬ ਡੈਡੀ ਇਸ ਚੀਜ਼ 'ਚ ਕੰਮ ਕਰਦੇ ਆ। ਇੱਕ ਪਤਾ ਨਹੀਂ, ਇੱਕ ਮਤਲਬ ਮੇਰੀ ਪੋਲੀਟਿਕਸ 'ਚ ਮਤਲਬ ਜ਼ਿਆਦਾ ਇੰਟਰਸਟ ਆ, ਮਤਲਬ ਜ਼ਿਆਦਾ ਰੁਚੀ ਲੈ ਕੇ ਪੜ੍ਹਨਾ। ਤੇ ਬਸ ਮੈਨੂੰ ਆਏ ਹੁੰਦਾ ਕਿ ਵੀ ਆਪਾਂ ਇੱਦਾਂ ਵੀ ਜਦੋਂ ਕੋਈ ਵੀ ਭਾਸ਼ਣ ਦਿੰਦਾ ਇੱਦਾਂ ਕਹਿ ਦਿੰਦਾ ਵੀ ਮੋਦੀ ਮਰ ਜੇ ਤਾਂ ਦੇਸ਼ ਦਾ ਵਿਕਾਸ ਹੋ ਜੂ, ਪਰ ਉਹਨਾਂ ਨੂੰ ਵੀ ਗੱਲ ਸਮਝਣੀ ਚਾਹੀਦੀ। ਇਕੱਲੇ ਉਹਦੇ ਇੱਕ ਬੰਦੇ ਦੇ ਮਰਨ ਨਾਲ ਸਾਰੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਤੁਸੀਂ ਐਂ ਸੋਚਣਾ ਵੀ ਆਪਾਂ ਇਸ ਤਰੀਕੇ ਦੀ ਆਪਦੇ ਦੇਸ਼ 'ਚ ਪ੍ਰਗਤੀ ਲਿਆਉਣੀ ਹੈ ਕਿ ਆਪਣੇ ਦੇਸ਼ ਦਾ ਵਿਕਾਸ ਹੋਵੇ। ਸਿਸਟਮ ਹੈ, ਸਿਸਟਮ ਬਦਲਣਾ ਪੈਣਾ ਆ। ਸਿਸਟਮ ਬਦਲਣ ਦੇ ਲਈ ਸਾਨੂੰ ਆਪ ਸਿਸਟਮ ਬਣਨਾ ਪੈਣਾ। ਹਾਂਜੀ ਐਂ ਮਤਲਬ ਕਿ ਹਰ ਇੱਕ ਚੀਜ਼ ਆਪਦੇ ਘਰ ਪਹਿਲਾਂ ਆਪਦੇ ਆਪ ਤੋਂ ਸ਼ੁਰੂ ਕਰੋ। ਆਪਾਂ ਕਹਿ ਦਿੰਦੇ ਮੋਦੀ ਗਲਤ ਸਹੀ ਤਾਂ ਆਪਾਂ ਵੀ ਨਹੀਂ, ਕਿਉਂਕਿ ਵੋਟਾਂ ਤਾਂ ਆਪਾਂ ਹੀ ਪਾਈਆਂ। ਆਪ ਤਾਂ ਉਹ ਜਾ ਕੇ ਬੈਠਾ ਨਹੀਂ। ਉਹ ਆਪਾਂ ਹੋ ਜਾਂਦੇ ਆ ਨਾ ਕਿ ਮਤਲਬ ਕਿ ਆਪਾਂ ਜਿਵੇਂ ਹੁਣ ਉਹਨੇ ਵਾਅਦਾ ਕੀਤਾ ਵੀ ਮੈਂ 15-15 ਲੱਖ ਦਊਂਗਾ, ਪਰ 2-2000 'ਚ ਲੋਕ ਵਿਰ ਗਏ ਨਾ। ਕੱਲਾ ਵਿਰ ਗਏ। ਹਾਲੇ ਵੀ ਲੋਕ ਸੋਚਦੇ ਆ ਵੀ ਮੋਦੀ ਦਾ 2000 ਆਊਗਾ, ਮੈਂ ਮੋਦੀ ਨੂੰ ਵੋਟ ਪਾਉਣੀ ਆ। ਅੱਛਾ, ਆ 2000 ਦੀ ਗੱਲ ਕੀਤੀ ਆ, ਮੈਂ ਸਵਾਲ ਪੁੱਛਣਾ। ਤਾੜੀਆਂ ਹੋ ਜਾਣ ਇੱਕ ਵਾਰੀ ਬਈ ਕੁੜੀ ਲਈ। ਇਹ ਤਾੜੀਆਂ ਚਾਹੀਦੀਆਂ। 6000 ਦੇ ਨਾਲ 2-2000 ਕਰਕੇ 3 ਕਿਸ਼ਤਾਂ ਆਉਂਦੀਆਂ। 6000 ਦੇ ਨਾਲ ਕਿੰਨਾ ਕੁ ਫਰਕ ਪੈਂਦਾ ਆ? ਕੀ ਫਰਕ ਪੈਣਾ ਜੀ? ਉਹਦੇ ਦਿਮਾਗ ਦੇ ਵਿੱਚ ਸੋਚ ਮਾੜੀ ਹੈ। ਪਹਿਲਾਂ ਕਿਵੇਂ ਕੰਮ ਚੱਲੀ ਗਿਆ, ਹੁਣ ਆਪਣੇ ਉਹ 6000 ਨਾਲ ਆਪਣੇ ਕਾਰੋਬਾਰ ਚੱਲ ਪਏ ਕਿ ਆਪਾਂ ਟਰੈਕਟਰ ਖਰੀਦ ਲਿਆ, ਕਿ ਆਪਾਂ ਕਾਰ ਲੈ ਲਈ, ਕਿ ਕੋਈ ਕੋਠੀ ਪਾ ਲਈ। ਬਸ ਉਹ ਜੇ ਕਿਸੇ ਨੇ ਆਖਿਆ ਨਾ ਕਿ ਸਰਕਾਰ 'ਚੋਂ ਤੇਲ ਮਿਲੇ ਜੁੱਤੀ 'ਚ ਪਾ ਲਓ 10 ਦਿਨ ਵੱਧ ਹੰਡ ਜੂ, ਉਹ ਗੱਲ ਬਣੀ ਹੈ ਲੋਕਾਂ ਦੀ। ਇਹਨੂੰ ਠੋਕਰ ਦੇਣਗੇ। ਹੁਣ ਉਹ ਜੁੱਤੀ ਵਾਲਾ ਟਾਈਮ ਨਹੀਂ ਰਿਹਾ। ਉਹ ਹੋਇਆ ਪਿਆ ਜੀ 2-2000 ਤੇ ਜਦੋਂ ਆ ਬੇਟਾ ਦੱਸੀ ਜਾਂਦੀ ਹੈ ਨਾ ਵੀ ਹੁਣ ਵੋਟ ਯਾਰ ਵੀ ਵਧੀਆ ਮੋਦੀ ਹੈ, ਵੋਟ ਪਾਵਾਂਗੇ, ਮਨ ਚ ਆਈ ਪਈ ਹੈ ਨਾ। ਵਧੀਆ ਕੀ ਹੈ ਮੋਦੀ ਦਾ? ਦੱਸੋ ਵੀ ਦੂਜਾ ਪਲਾਨ ਆ ਗਿਆ। ਲਾਰੇ ਲਾ ਕੇ ਪਹਿਲਾਂ ਤਾਂ ਨੋਟਬੰਦੀ 'ਚ ਆਪਾਂ ਤਾਂ ਖੜੇ ਲੈਣਾ ਜਿਵੇਂ ਐਂ ਖੜੇ ਹੁਣ ਅਸੀਂ, ਤੇ ਜਿਹੜੇ ਵੱਡੇ ਲੋਕ ਹੈ ਉਹਨਾਂ ਨੇ ਰਾਤ ਬਦਲਾ ਲਏ। ਕੀ ਸਹੂਲਤ ਹੋਈ ਆਪਾਂ ਨੂੰ? ਅੱਛਾ, FCI ਦਾ ਨਵਾਂ ਜਿਹੜਾ ਰੂਲ ਆਇਆ, ਪਤਾ ਲੱਗ ਗਿਆ ਹੋਣਾ। ਜਮਾਬੰਦੀ ਚੜਾਉਣੀ ਹੈ ਨੈੱਟ ਤੇ। ਜਮਾਬੰਦੀ ਨੈੱਟ 'ਤੇ ਚੜਾਉਂਗੇ ਤਾਂ ਉਹਦੇ ਅਕੋਰਡਿੰਗ ਖਰੀਦ ਹੋਊ ਕਣਕ ਦੀ। ਹੁਣ ਜਿਹੜੇ ਠੇਕੇ ਵਾਲੇ ਨੇ, ਕੋਈ ਠੇਕੇ ਵਾਲਾ ਹੈਗਾ ਤੇ ਠੇਕੇ ਤੇ ਜ਼ਮੀਨ ਵਾਹੁੰਦਾ ਹੋਵੇ ਜਿਹੜਾ ਹੈਗੇ ਸਾਰੇ ਜੀ, ਕਿਉਂਕਿ ਬਥੇਰੇ ਨੇ ਠੇਕੇ ਵਾਲੇ ਨੇ। ਠੇਕੇ ਵਾਲੇ ਫਿਰ ਮਾਲਕੀ ਤਾਂ ਬੋਲਦੀ ਨਹੀਂ ਹੁੰਦੀ।
ਫਿਰ ਉਹ ਕਿਵੇਂ ਹੋਊਗਾ ਬਾਪੂ ਦਾ ਫਿਰ? ਉਹ ਤਾਂ ਹੁਣ ਗਵਰਨਮੈਂਟ ਹੀ ਸੋਚਣਾ ਚਾਹੀਦਾ। ਹੁਣ ਉਹਨੂੰ ਜਾਂ ਹੁਣ ਕਿਹੜਾ ਠੇਕਾ ਲੈਂਦਾ ਜਾਂ ਉਹਨੂੰ ਪਤਾ ਜਾਂ ਫਿਰ ਠੇਕਾ ਨਾ ਲਊਗਾ। ਵਾਲੇ ਪਾਸੇ ਠੇਕਾ ਹੀ ਬੜਾ ਹੋਇਆ 50-50 40-40 ਹਜ਼ਾਰ ਫਿਰ ਠੇਕਾ ਫਿਰ ਮਾਲਕ ਉਹ ਠੇਕੇ ਦੇ ਮਾਲਕ ਦਾ ਠੇਕਾ 75000 ਉਹੀ ਤਾਂ ਠੇਕਾ ਭਰਿਆ ਨਹੀਂ ਜਾਂਦਾ ਫਿਰ 70000 ਤੋਂ ਨਿਕਲਦਾ ਕੀ ਆ? ਬਸ ਨਿਕਲਣਾ ਕੀ ਹੋ ਗਿਆ ਨਾ ਸਾਡੇ ਇੱਕ ਮਜਬੂਰੀ ਹੈ ਕਿ ਲਿਮਟਾਂ ਚੱਕੀ ਬੈਠੇ ਸਾਰਾ ਉਹ ਭਾਰਤ ਦਾ ਢਾਂਚਾ ਚਲੇ ਬੈਠੇ ਜੀ ਜਿਹੜੀ ਅਸੀਂ ਲਿਮਟ ਚੋਂ ਜਿਵੇਂ ਹਿਸਾਬ ਲਾ 35000 ਕਿੱਲਾ ਸ਼ਾਇਦ ਕਣਕ ਦਿੰਦੀ ਹੋਊਗੀ ਤੇ ਇੰਨਾ ਕਿਵੇਂ ਲਾ ਝੋਨਾ ਦਿੰਦਾ, ਝੋਨਾ ਥੋੜਾ ਬਹੁਤ ਵੱਧ ਦਿੰਦਾ ਹੋਊਗਾ ਤੇ ਫਿਰ ਬਚਦਾ ਕੀ ਆ ਮਗਰ? ਸਾਡਾ ਨਾ ਆੜਤ ਨਾਲ ਲਿੰਕ ਬਣਿਆ ਜੀ। ਆੜਤ ਇਹਨੂੰ ਪੈ ਜਾਂਦੇ ਰੋਟੀ ਮਸਲਾ ਬਣਿਆ ਜੀ। ਇੱਕ ਦਿਹਾੜੀ ਦੇ ਨਾਲ ਜ਼ਿਆਦਾ ਕਰਬ ਚਲੀ ਬੈਠੇ ਸਾਹੀ ਉਹ ਕੰਮ ਹੀ ਧੰਦਾ ਨਹੀਂਗਾ, ਹੋਰ ਕੋਈ ਧੰਦਾ ਨਹੀਂ। ਜਵਾਈ ਤੋਂ ਬਗੈਰ ਹੋ ਕਰਾਂਗੇ ਕੀ? ਬਸ ਕਾਰੋਬਾਰ ਚੱਲੀ ਜਾਂਦਾ ਜੀ। ਆਉਂਦਾ ਤਾਂ ਬਰੋਬਰ ਹੀ ਹੈ। ਟਿੰਡਾਂ ਵਾਲਾ ਖੂਹ ਭਰ ਗਈ ਰੇਤਕੀ ਵਾਲੀ ਗੱਲ ਹੈ ਵੀ ਜੇ ਹੁਣ ਨਹੀਂ ਲੈਂਦਾ ਤਾਂ ਬੱਚੇ ਵੀ ਵਿਹਲੇ ਆਪ ਵਿਹਲੇ। ਜਿਹਦੇ ਕੋਲ 5 ਕਿੱਲੇ ਜ਼ਮੀਨ ਹੈ ਉਹ ਕਿੰਨਾ ਕੁ ਕੰਮ ਕਰੂਗਾ ਉਹਦੇ 'ਚ? ਜੇ ਕੋਈ ਜ਼ਮੀਨ ਠੇਕੇ ਤੇ ਲੈ ਲਈ, ਆਪਦਾ ਟਰੈਕਟਰ ਵੀ ਲਈ ਫਿਰਦਾ, ਜਵਾਕ ਵੀ ਤੁਰੇ ਫਿਰਦੇ, ਆਪ ਵੀ ਤੁਰਿਆ ਫਿਰਦਾ। ਜੇ ਉਹਦੇ ਕੋਲ ਬਾਣੀਏ ਕੋਲ 500-400 ਮਣ ਕਣਕ ਸਿਰ ਤੇ ਜਾ ਕੇ ਉਹ ਵੀ 10 ਰੁਪਏ ਦੇ ਦਿੰਦਾ। ਜੇ 5 ਕਿੱਲਿਆਂ 'ਚੋਂ 2 ਕਿੱਲਿਆਂ ਦੀ ਘਰੇ ਰਹਿ ਗਈ, 3 ਕਿੱਲਿਆਂ ਦੀ ਕਣਕ ਤੇ ਉਹ ਆਪਾਂ ਨੂੰ ਦਿੰਦਾ ਕਰਜ਼ਾ। ਵਿਆਜ ਭਾਵੇਂ ਆਪਾਂ ਭਰਦੇ ਆ, ਪਰ ਆਪਾਂ ਨੂੰ ਉਹ ਤਾਂ ਪਤਾ ਹੈ ਨਾ ਵੀ ਬਾਣੀਏ ਨੂੰ ਵੀ ਇਹ 500 ਮਣ ਕਣਕ ਆਊਗੀ, 550 ਆਊਗੀ, ਫਿਰ ਝੋਨਾ ਵੀ ਆਊਗਾ 600-700 ਮਣ ਝੋਨਾ ਆ ਜਾਊਗਾ ਤੇ ਉਹਦੇ ਤੇ ਆਪਣਾ ਕਾਰੋਬਾਰ ਚੱਲੀ ਜਾਂਦਾ। ਬਸ ਆਹ ਸਿਸਟਮ ਆ। ਹੁਣ ਠੇਕੇ 'ਚ ਵਜਨ ਬਚਾਉਣ ਨੂੰ ਕੀ ਹੈ? ਇਹ ਕਰਜ਼ਾਈ ਹੋਇਆ, ਲੋਕ ਠੇਕੇ ਤੇ ਲੈ ਕੇ ਤਾਂ ਕਰਜ਼ਾਈ ਹੋ ਗਏ। ਮਾਤਾ ਕੀ ਨਾਮ ਬੀਬੀ ਦਾ? ਗੁਰਮੇਲ ਕੌਰ ਜੀ। ਬੇਬੇ ਕਿਹੜੇ ਪਿੰਡ ਤੋਂ? ਝਨੀਰ ਤੋਂ ਜੀ। ਜ਼ਿਲ੍ਹਾ ਕਿਹੜਾ ਪੈਂਦਾ ਪਤਾ? ਮਾਨਸਾ ਜ਼ਿਲ੍ਹਾ। ਮਾਨਸੇ ਵਾਲੇ। ਅੱਛਾ, ਤੇ ਮਾਨਸੇ ਵਾਲੇ ਵੈਸੇ ਤਾਂ ਆਪਣੇ ਬੜਾ ਜ਼ਿਮੀਂਦਾਰ ਜੱਟ ਜ਼ਿਮੀਂਦਾਰ ਫਾਹਾ ਲੈ ਕੇ ਮਰਦਾ, ਸਲਫਾਸ ਪੀ ਕੇ ਮਰਦਾ, ਖਾ ਕੇ ਮਰਦਾ, ਹਨਾ ਬੜਾ ਕੁਛ ਹੈ। ਇਹ ਗੱਲਾਂ ਕਰਜ਼ੇ ਕਰਕੇ ਹੁੰਦੀਆਂ ਨੇ ਜ਼ਿਆਦਾਤਰ, ਹਨਾ। ਤੇ ਮਾਤਾ ਪਿੰਡ 'ਚ ਵੀ ਕੋਈ ਇਹੋ ਜਿਹਾ ਕੁਛ ਹੋਇਆ? ਬਹੁਤ ਹੋਇਆ। ਪਰ ਕਿੰਨਾ ਕੁ ਮਨ ਦੁਖੀ ਹੁੰਦਾ? ਮਨ ਦੁਖੀ ਬਹੁਤ ਹੁੰਦਾ ਜੀ। ਹੁਣ 2.5 ਕਿੱਲੇ ਨੇ ਸਾਡੇ ਕੋਲ ਜਮਾ ਕੁੱਲ, ਤੇ ਮੁੰਡਾ ਜ਼ਿਮੀਂਦਾਰ ਆ, ਅਸੀਂ ਦਿਹਾੜੀ ਕਰਦਾ। ਲੈ ਦਿਹਾੜੀ ਕਰਦਾ ਮੁੰਡਾ, ਲੈ ਦੇਖ 2.5 ਕਿੱਲੇ ਵਾਲਾ ਦਿਹਾੜੀ ਕਰਦਾ। ਹਾਂ ਲੈ ਦੇਖ। ਤੇ ਮੈਂ ਆਖਿਆ ਪੁੱਤ ਤੂੰ ਤਾਂ ਘਰੇ ਰਹਿ, ਮੈਂ ਵਗ ਜਾਨੀ ਇੱਥੇ। ਸਾਨੂੰ ਕਹਿੰਦੇ ਵੀ ਨਹੀਂ ਤਾਂ 8 ਦਿਨ ਲਾਓ ਤੇ ਨਹੀਂ ਪੈਸੇ ਦਿਓ। ਫਿਰ ਮੈਂ ਕਿਹਾ ਜੀ ਮੈਂ ਹੀ ਵਗ ਜਾਂਦੀ ਆ, ਚੱਲਦੇ ਆ ਭੈਣਾਂ ਨਾਲ। ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ? 2.5 ਘਰ ਦਾ ਕਿੱਥੇ ਆਉਂਦਾ? ਉਹ ਬਾਣੀਆਂ ਨੂੰ ਪਤਾ ਵੀ 2.5 ਕਿੱਲੇ ਨੇ ਕਿੰਨੀ ਕਾਜੂਗੀ ਕਣਕ ਆਪਣੇ ਕੋਲੇ। ਜੇ ਝੋਨਾ ਕਿੰਨਾ ਕਾਊਗਾ? ਮਾੜਾ ਮੋਟਾ ਝੋਨੇ 'ਚ ਬਚਦਾ ਜੀ। ਮਾੜਾ ਮੋਟਾ ਪਾਈ। ਹਾਂ। ਤੇ ਕੋਈ ਬੱਚਾ ਹੈ ਕੋਈ ਹੋਰ? ਇਹ 2 ਗੁੱਡੀਆਂ ਨਾ ਵਿਆਹੀਆਂ ਵਾਰੀਆਂ ਨਾ, ਮੁੰਡਾ ਵੀ ਵਿਆਹ ਹੈ। ਕਾਜ ਵਿਹਾਰ ਤਾਂ ਕਰਨੇ ਹੀ ਹੁੰਦੇ ਬਾਅਦ। ਹਾਂ, ਮੁੰਡਾ ਬਸ ਢਿੱਡ ਤੇ ਵਗ ਜਾਂਦਾ, ਵਿੱਚ ਦੀ ਪਾਣੀ ਲਾ ਜਾਂਦਾ, ਕਦੇ ਕਿਵੇਂ ਲਾ ਜਾਂਦਾ, ਕਦੇ ਕਿਵੇਂ ਕਰਦਾ। ਇਹ ਹਾਲਾਤ ਸਾਡੇ ਜ਼ਿਮੀਂਦਾਰਾਂ ਦੇ ਹੋਏ ਪਏ ਨੇ। ਬੇਬੇ ਕੀ ਨਾਮ ਆ ਤੁਹਾਡਾ? ਸ਼ਿੰਦਰ ਕੌਰ, ਕਿੱਥੋਂ ਹੋ ਤੁਸੀਂ? ਮਾਨਸਾ ਜ਼ਿਲ੍ਹਾ, ਪਿੰਡ ਭਲਾਈ ਕੇ। ਹਾਂਜੀ। ਅੱਛਾ, ਬੀਬੀ ਨੇ ਜੋ ਗੱਲਾਂ ਕਹੀਆਂ, ਇਹ ਮਾਲਵਾ ਬੈਲਟ 'ਚ ਬਹੁਤ ਕੁਛ ਹੈ। ਹਾਲਾਂਕਿ ਬਹੁਤ ਸਾਰੀਆਂ ਆਤਮ ਹੱਤਿਆਵਾਂ ਹੁੰਦੀਆਂ, ਬਹੁਤ ਸਾਰੇ ਫਾਹਾ ਲੈ ਕੇ ਮਰਦੇ ਜ਼ਿਮੀਂਦਾਰ। ਇਹ ਚੀਜ਼ਾਂ ਨੂੰ ਕਾਰਨ ਕੀ ਮੰਨਦੇ ਹੋ? ਚੀਜ਼ਾਂ ਦਾ ਪਹਿਲਾਂ ਤਾਂ ਕਾਰਨ ਮੰਨਦੇ ਕਰਜ਼ਾ ਚੜ ਗਿਆ, ਸਰਕਾਰ ਕੋਈ ਪਤਾ ਨਹੀਂ ਦਿੰਦੀ। ਤੁਹਾਨੂੰ ਪਤਾ ਹੀ ਹੈ ਸਰਕਾਰ ਦੀਆਂ ਨੀਤੀਆਂ ਦਾ ਵੀ ਕੀ ਸਰਕਾਰ ਦੀਆਂ ਨੀਤੀਆਂ ਨੇ। ਮਤਲਬ ਕਰਜ਼ਾ ਚੜਨਾ, ਆਪਣੇ ਖਰਚੇ ਵੱਧ ਗਏ ਤਾਂ ਕਰ ਚੜਦਾ, ਜਾਂ ਕਈ ਆਪਾਂ ਵੇਖੋ ਵੇਖੀ ਵੀ ਕਈ ਚੀਜ਼ਾਂ ਹੋ ਜਾਂਦੀਆਂ। ਬਹੁਤੇ ਸੁਣਦੇ ਆਏ ਵੀ ਵੇਖੋ ਵੇਖੀ ਕਰਤਾ, ਜਿੰਨੀ ਲੋੜ ਨਹੀਂ ਸੀ ਉਹਨਾਂ ਕਰਨਾ ਪੈਂਦਾ। ਉਹਨਾਂ ਤਾਂ ਕਰਨਾ ਹੀ ਨਹੀਂ ਪੈਂਦਾ, ਕੀ ਕਰ ਲਾਂਗੇ ਅਸੀਂ? ਅਸੀਂ ਤਾਂ ਬਹੁਤ ਘੱਟ ਖਰਚ ਕਰ ਦਿਆਂਗੇ ਕਿਉਂ ਸਾਨੂੰ ਪਤਾ ਵੀ ਜਿੰਨੀ ਕਿ ਸਾਡੇ ਫਸਲ ਆਊਗੀ ਉਨੀ ਦਾ ਸਾਨੂੰ ਮੁੱਲ ਨਹੀਂ ਮਿਲਦਾ। ਬਾਣੀਆਂ ਨੇ ਸਾਨੂੰ ਪੈਸੇ ਨਹੀਂ ਦੇਣੇ, ਅਸੀਂ ਤਾਂ ਘੱਟ ਤੋਂ ਘੱਟ ਖਰਚਾ ਕਰਦੇ ਹਾਂ। ਕੀ ਅਸੀਂ ਆਪਦੇ ਬੱਚੇ ਦੀ ਕੋਈ ਸਹੂਲਤ ਪੂਰੀ ਨਹੀਂ ਕਰ ਸਕਦੇ? ਕਿਸੇ ਚੰਗੇ ਸਕੂਲ ਦੇ ਵਿੱਚ ਅਸੀਂ ਪੜ੍ਹਾ ਨਹੀਂ ਸਕਦੇ। ਦੱਸੋ ਫਿਰ ਅਸੀਂ ਕਿੱਧਰ ਜਾਈਏ? ਸਾਡੀਆਂ ਸਰਕਾਰਾਂ ਮਾੜੀਆਂ। ਚੰਗੀ ਜ਼ਿੰਦਗੀ ਜਿਉਣ ਦਾ ਹੱਕ ਸਭ ਨੂੰ ਹੈ। ਤੇ ਮੈਂ ਦੁਬਾਰਾ ਉਹ ਬੇਟੀ ਕੋਲ ਜਾਣਾ ਆ। ਅੱਛਾ ਬੱਚੇ, ਉਹ ਚੰਗੀ ਜ਼ਿੰਦਗੀ ਜਿਉਣ ਦੀ ਗੱਲ ਕਰਦੇ ਆ, ਤੁਸੀਂ ਉਹ ਗੱਲਾਂ ਕਰਦੇ ਹੋ ਸਿਸਟਮ ਬਦਲਣ ਦੀਆਂ, ਸਿਸਟਮ ਬਣਨ ਦੀਆਂ। ਪਰ ਤੁਹਾਨੂੰ ਕੀ ਲੱਗਦਾ ਇੱਥੇ ਸੰਘਰਸ਼ ਕਿੱਡਾ ਕੁ ਲੰਬਾ ਚੱਲੂਗਾ? ਕਿਉਂਕਿ ਅਸੀਂ ਬੇਬੇ ਨਾਨਕੀ ਦੀ ਗੱਲ ਕਰੀਏ ਨਾ, ਤਾਂ ਬੇਬੇ ਨਾਨਕੀ ਤੋਂ ਲੈ ਕੇ 2021 ਤੱਕ ਤੁਹਾਡੇ ਵਿੱਚ ਸਾਨੂੰ ਸਾਰਿਆਂ ਵਿੱਚ ਮਾਈ ਭਾਗੋ ਦਿਖਦੀ ਆ, ਜਾਂ ਸਾਰੀਆਂ ਅਸੀਂ ਉਹ ਗੱਲਾਂ ਕਰਦੇ ਆ, ਠੀਕ ਹੈ। ਹਜੇ ਤੱਕ ਉਹ ਸੰਘਰਸ਼ ਚੱਲਦਾ ਆ ਰਿਹਾ, ਹਜੇ ਤੱਕ ਕੋਈ ਸੁਧਾਰ ਨਹੀਂ ਆ ਸਕਿਆ। ਬੇਸ਼ੱਕ ਅਸੀਂ ਕਈ ਦੌਰ ਦੇਖੇ, ਕਈ ਚੀਜ਼ਾਂ ਦੇਖੀਆਂ। ਕੀ ਲੱਗਦਾ ਹੋਰ ਕਿੰਨੇ ਕੁ ਲੰਬੀ ਹੋਣ ਦੀ ਲੜਾਈ ਹੈ? ਜਿੰਨਾ ਮਰਜ਼ੀ ਸਮਾਂ ਲੱਗ ਜੇ, ਭਾਵੇਂ ਜਿੰਨੇ ਮਰਜ਼ੀ ਸਾਲ ਇੱਥੇ ਡਟੇ ਸੀ ਤੇ ਡਟੇ ਹੀ ਰਵਾਂਗੇ। ਭਾਵੇਂ ਜਿੰਨਾ ਚਿਰ ਸਰੀਰ 'ਚ ਸਾਹ ਗਏ ਉਹਨਾਂ ਚਿਰ ਡਟੇ ਰਵਾਂਗੇ। ਮਰਾਂਗੇ, ਡਿੱਗਾਂਗੇ, ਪਰ ਸਰਕਾਰ ਅੱਗੇ ਝੁਕਣਾ ਮਨਜ਼ੂਰ ਨਹੀਂ। ਬਸ ਇੰਨੀ ਕੁ ਗੱਲ ਹੀ ਹੈ। ਪੜ੍ਹਾਈ ਕਿਵੇਂ ਕਰਦੇ ਹੋ ਪਹਿਲਾਂ ਮੈਨੂੰ ਇਹ ਦੱਸੋ। ਮੈਨੂੰ ਨਾ ਬੜਾ ਵਧੀਆ ਤੁਹਾਡੇ ਨਾਲ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਮੋਦੀ ਨਹੀਂ ਪੜਨ ਦਿੰਦਾ ਜਵਾਕਾਂ ਨੂੰ, ਕੋਨਾ ਬਣਾਉਣ ਦਾ ਫਲਾਨਾ, ਤੇ ਆਪ ਕਿਉਂ ਨਹੀਂ ਆਨਲਾਈਨ ਵੀ ਪੜਾਉਂਦੇ ਆ ਘਰੇ ਮੋਬਾਈਲਾਂ ਤੇ। ਆਪ ਕਿਉਂ ਨਹੀਂ ਮਰਿਆ ਉਹ? ਨਹੀਂ ਫਿਰ ਜਾਇਦਾਦ ਸਾਡੇ ਪਿਓ ਦਾਦੇ ਦੀ ਆ। ਗੁੱਡੀ ਕਿੱਡੀ ਸੋਹਣੀ ਗੱਲ ਕਹੀ ਜਾਂਦੀ ਆ ਵੀ ਕਿਸੇ ਇੱਕ ਦੇ ਜਾਨ ਨਾਲ ਕੋਈ ਫਰਕ ਨਹੀਂ ਪੈਣਾ, ਸਿਸਟਮ ਬਦਲਣਾ ਪੈਣਾ। ਪੁੱਤ ਇੱਥੇ ਪੜ੍ਹਾਈ ਕਰਦਾ ਫਿਰ? ਨਹੀਂ।
ਇੱਥੇ ਨਹੀਂ ਬਹਿ ਕਰਦਾ ਨਹੀਂ। ਕਿਉਂ? ਪੇਪਰ ਹੋ ਗਿਆ ਜੀ, ਪੇਪਰ ਹੋ ਹਾਂਜੀ ਉਹ ਅੱਜ ਮੇਰਾ ਪੇਪਰ ਸੀਗਾ ਪੋਲੀਟੀਕਲ ਸਾਇੰਸ ਦਾ ਹੀ ਅੱਛਾ ਤੇ ਮੈਂ ਫਿਰ ਮਤਲਬ ਮੈਂ ਆਪਦੇ ਫਾਦਰ ਸਾਹਿਬ ਨੂੰ ਆਖਿਆ ਵੀ ਪੇਪਰ ਦੇ ਦਾਂਗੇ ਚੱਲ ਪੜ੍ਹ ਵੀ ਜਾਵਾਂਗੇ ਸਿਸਟਮ ਜ਼ਰੂਰ ਚੇਂਜ ਕਰਨਾ ਨਾ ਪਰ ਜਦੋਂ ਆਪਣੀਆਂ ਜ਼ਮੀਨਾਂ ਆਪਣੇ ਜਿੱਥੋਂ ਆਪਣੀ ਰੂਹ ਪਹਿਲਾਂ ਦੀ ਜੁੜੀ ਹੋਈ ਹੈ ਜਦੋਂ ਆਪਣੇ ਤੋਂ ਹੀ ਖੋਲੀ ਗਈ ਫੀਸਾਂ ਹੀ ਨਾ ਭਰੀਆਂ ਗਈਆਂ ਫਿਰ ਇਹ ਪੜ੍ਹਾਈ ਕਿਸੇ ਕੰਮ ਦੀ ਪਹਿਲਾਂ ਆਪਾਂ ਉਸ ਯੋਗਤਾ ਹੋਈਏ ਕਿ ਆਪਾਂ ਆਪਦੇ ਬੱਚੇ ਨੂੰ ਪੜ੍ਹਾ ਸਕੀਏ ਤੇ ਗਿਆ ਫਿਰ ਹੀ ਸਿਸਟਮ ਚੇਂਜ ਹੋਊਗਾ ਨਾ ਕਿਉਂਕਿ ਹਰ ਇੱਕ ਚੀਜ਼ ਦੀ ਸ਼ੁਰੂਆਤ ਇੱਕ ਬੰਦੇ ਤੋਂ ਹੀ ਹੁੰਦੀ ਹੈ ਜੇ ਆਪਾਂ ਗੱਲ ਕਰਗੇ ਕਿ ਆਪਾਂ 2 ਦਿਨਾਂ 'ਚ 4 ਸਾਲਾਂ 'ਚ ਜਿੰਨੇ ਥੋੜੇ ਤੋਂ ਥੋੜੇ ਸਮੇਂ 'ਚ ਆਪਾਂ ਦੁਨੀਆ ਸੁਧਾਰ ਦਾਂਗੇ ਤਾਂ ਵਹਿਮ ਹੀ ਆ। ਬਹੁਤ ਸੋਹਣੀਆਂ ਗੱਲਾਂ ਇਸ ਨਿੱਕੀ ਜਿਹੀ ਬੱਚੀ ਦੀਆਂ ਤੇ ਇਹ ਬਿਲਕੁਲ ਟਾਈਮ ਲੱਗੂਗਾ ਵੀਰ ਕਹਿੰਦੇ ਨੇ ਟਾਈਮ ਲੱਗੂਗਾ ਟਾਈਮ ਬੇਸ਼ੱਕ ਲੱਗੂਗਾ ਲੇਕਿਨ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਸਰਕਾਰਾਂ ਤੋਂ ਨਾ ਖੁਸ਼ ਨੇ ਚਾਹੇ ਫਿਰ ਉਹ ਸੂਬਾ ਸਰਕਾਰ ਹੋਵੇ ਚਾਹੇ ਫਿਰ ਉਹ ਕੇਂਦਰ ਦੀ ਸਰਕਾਰ ਹੋਵੇ ਲੋਕ ਨਾ ਖੁਸ਼ ਨੇ ਪਰ ਲੋਕਾਂ ਦਾ ਕਹਿਣਾ ਆ ਕਿ ਹੌਸਲੇ ਬੁਲੰਦ ਨੇ ਡਟੇ ਰਵਾਂਗੇ ਲੜਦੇ ਰਵਾਂਗੇ ਤੇ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ ਇਸ ਸੰਘਰਸ਼ ਦੇ ਵਿੱਚ ਇਸੇ ਤਰ੍ਹਾਂ ਅੱਗੇ ਹੀ ਡਟੇ ਰਵਾਂਗੇ ਤੇ ਇੱਕ ਦਿਨ ਫਤਿਹ ਕਰਕੇ ਜਾਵਾਂਗੇ ਪਰ ਵੱਡੀ ਗੱਲ ਇਹ ਹੈ ਹੁਣ ਦੇਖਣਾ ਹੈ ਕਿ ਡੜਲੋ ਕੋ ਟੁੱਟਦਾ ਆ ਕਿਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਤੇ ਸਰਕਾਰਾਂ ਦੀਆਂ ਅਗਲੀਆਂ ਰਣਨੀਤੀਆਂ ਕੀ ਨੇ ਕਿ ਕਦੋਂ ਵੰਡੀਆਂ ਪਾਈਆਂ ਜਾਣ ਤੇ ਕਿਵੇਂ ਇਹਨਾਂ ਨੂੰ ਭਰਮਾਇਆ ਜਾਵੇ ਪਰ ਹੁਣ ਦੇਖਣਾ ਇਹ ਹੈ ਕਿ ਜਿੱਤ ਕਿਹਦੀ ਹੁੰਦੀ ਹੈ ਤੇ ਹਾਰ ਕਿਹਦੀ। ਮੈਂ ਸੁਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਟਿਕਰੀ ਬਾਰਡਰ ਦਿੱਲੀ।